ਸਵਈਆ ਦੇਸ ਵਿਦੇਸ਼ ਨਰੇਸ਼ਨ ਜੀਤ ਅਨੇਸ਼ ਵੱਡੇ ਅਵਨੇਸ਼ ਸੰਘਾਰੇ। ਦੇਸ਼ ਵਿਦੇਸ਼ ਦੇ ਸਾਰੇ ਰਾਜੇ ਜਿੱਤ ਲਏ ਦੱਤਾਤਰੇय ਨੇ। ਅਨੇਸ਼ ਵੱਡੇ ਅਵਨੇਸ਼ ਸੰਘਾਰੇ। ਉਹ ਬੜੇ ਬੜੇ ਜਿਹੜੇ ਲੋਕ ਧੱਕਾ ਕਰਦੇ ਤੇ ਚੰਗਾ ਰਾਜ ਨਹੀਂ ਸੀ ਕਰਦੇ, ਸਮਝਿਆ ਨਹੀਂ, ਉਹ ਰਾਖਸ਼ ਬਿਰਤੀ ਦੇ ਸੀ ਕਹਿ ਲਓ। ਜਿਹੜੇ ਇਨਸਾਫ ਦਾ ਰਾਜ ਨਹੀਂ ਕਰਦੇ ਸੀ ਉਹ ਸੰਘਾਰ ਦਿੱਤੇ, ਮਾਰ ਦਿੱਤੇ। ਅਨੇਸ਼ ਵੱਡੇ ਅਵਨੇਸ਼ ਸੰਘਾਰੇ। ਹਾਂ, ਅਨਿਆਏ ਕਰਨ ਵਾਲੇ, ਵੱਡੇ ਵੱਡੇ ਅਨਿਆਏ ਕਰਨ ਵਾਲੇ ਸੀ, ਜਿਹੜੇ ਜ਼ੁਲਮ ਕਰਨ ਵਾਲੇ ਸੀ, ਸੰਘਾਰ ਦਿੱਤੇ। ਆਠੋਂ ਹੀ ਸਿੰਧ ਸਭਾ ਨਵ ਨਿਧ ਸਮਰਿੱਧਨ ਸਰਬ ਭਰੇ ਗ੍ਰਹਿ ਸਾਰੇ। ਅੱਠੋਂ ਹੀ ਸਿੰਧ, ਆਠੋਂ ਹੀ ਸਿੰਧ ਸਭਾ ਨਵ ਨਿਧੀ। ਅੱਠ ਸਿੰਧ ਕਿਹੜੇ ਨੇ? ਉਹੀ ਅੱਠ ਨੇ, ਓਂਕਾਰ ਸਤਿਨਾਮ ਕਰਤਾ ਪੁਰਖ। ਸਿੰਧ ਤਾਂ ਇੱਕੋ ਹੀ ਹੈ, ਇੱਥੇ ਸਮੁੰਦਰ ਤਾਂ ਇੱਕੋ ਹੀ। ਅੱਠ ਸਾਗਰ ਕਿਹੜੇ ਨੇ? ਜਿਹੜੇ ਅੱਠ ਗੁਣ ਨੇ ਨਾ ਵੱਡੇ, ਇੱਕ ਨਾਲ ਲੱਗੇ ਹੋਏ, ਜਿਵੇਂ ਚੰਡੀ ਨਾਲ ਲੱਗੇ ਹੋਏ ਨੇ। ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਾਸਾ, ਇਹ ਅੱਠੇ ਸਿੰਧ ਨੇ। ਇਹਨਾਂ ਦੀ ਸੋਝੀ ਸਾਰੀ, ਸਾਰੇ ਪੱਖ ਤੋਂ ਸੋਝੀ, ਗਿਆਨ ਦਾ ਸਮੁੰਦਰ, ਅੱਠੋਂ ਪ੍ਰਕਾਰ ਦਾ। ਅੱਠੋਂ ਹੀ ਸਿੰਧ ਸਿੰਧ ਸਭੇ ਨਵ ਨਿਧੀ। ਸਭਾ ਨਵ ਨਿਧੀ, ਨਵਾਂ ਖਜ਼ਾਨਾ ਨਵ ਨਿਧੀ। ਰਿੱਧ ਨਹੀਂ ਆਈ ਹੋਈ ਵਿੱਚ, ਜਾਂ ਰਿੱਧ ਆਊ ਲਫ਼ਜ਼ ਫਿਰ ਮਾਇਆ ਆਉਣੀ ਹੈ। ਰਿੱਧ ਨਹੀਂ ਆਈ ਹੈ, ਨਵ ਨਿਧ ਆਈ। ਹਾਂ, ਨਵ ਨਿਧੀ, ਨਵਾਂ ਖਜ਼ਾਨਾ। ਹਾਂ, ਸਮਰਿੱਧਨ ਸਰਬ ਭਰੇ ਗ੍ਰਹਿ ਸਾਰੇ। ਸਮਰਿੱਧਨ ਬੜੀ ਸਮਰਿੱਧੀ ਹੈ, ਬੜਾ ਗਿਆਨ ਹੈ। ਭਰੇ ਗ੍ਰਹਿ ਸਾਰੇ, ਸਾਰਿਆਂ ਨੂੰ ਸਮਰਿੱਧ ਕਰਤਾ। ਜਿੰਨੇ ਰਾਜੇ ਸੀ ਸਾਰਿਆਂ ਨੂੰ ਗਿਆਨ ਦੇ ਦਿੱਤਾ। ਉਹਨਾਂ ਦੇ ਜਿਹੜੇ ਦੁਸ਼ਟ ਕਰਮ ਸੀ ਉਹ ਛਡਾ ਦਿੱਤੇ। ਜਿੱਤ ਕੇ ਰਾਜ ਨਹੀਂ ਖੋਇਆ, ਜਿੱਤ ਕੇ ਰਾਜ ਨਹੀਂ ਖੋਇਆ ਹੈਗਾ ਉਹਨਾਂ ਦਾ। ਉਹ ਅਧੀਨ ਕਰ ਲਵੇ, ਐਂ ਰਾਜ ਕਰੋ, ਐ ਨਾ ਕਰੋ। ਰਾਜ ਤਾਂ ਉਹੀ ਕਰਨਗੇ, ਪਰ ਜੇ ਇਨਸਾਫ ਦਾ ਰਾਜ ਹੋਵੇ, ਕੋਈ ਕਰੇ ਕੀ ਫਰਕ ਪੈਂਦਾ? ਪਬਲਿਕ ਤਾਂ ਨਾਲ ਖੁਸ਼ ਹੈ ਨਾ, ਉਹੀ ਕਰੇ, ਚਾਹੇ ਉਹਦਾ ਕੋਈ ਭਾਈ ਕਰੇ। ਦੇਖੋ ਨਾ, ਰਾਵਣ ਨੂੰ ਜੇ ਮਾਰਿਆ, ਉਹਦੇ ਭਾਈ ਨੂੰ ਰਾਜ ਦੇ ਦਿੱਤਾ। ਭਾਈ ਨਾਲ ਪਬਲਿਕ ਖੁਸ਼ ਸੀ। ਭਾਈ ਨਾਲ ਦੇ ਜਿਹੜੇ ਨੇ, ਘਰ ਦੇ ਤਾਂ ਇੱਕੋ ਹੀ ਨੇ। ਘਰ ਦੇ ਕਿਹੜਾ ਇੱਕ ਨਾਲ ਸਹਿਮਤ ਹੁੰਦੇ ਨੇ? ਹੈ ਤਾਂ ਘਰ ਦਾ ਹੀ। ਇੱਕ ਨੇਕ ਆਦਮੀ, ਇੱਕ ਅਪਰਾਧੀ ਹੈ। ਅਪਰਾਧੀ ਆਦਮੀ ਤੋਂ ਤਾਂ ਘਰ ਦੇ ਵੀ ਅੰਦਰੋਂ ਦੁਖੀ ਹੁੰਦੇ ਨੇ, ਅੰਦਰੋਂ ਦੁਖੀ ਹੁੰਦੇ ਨੇ ਬਈ ਇਹ ਠੀਕ ਨਹੀਂ ਹੈਗਾ, ਕਹਿ ਨਹੀਂ ਸਕਦੇ। ਘਰ ਦਾ ਆਪਣਾ ਹੁੰਦਾ। ਹਾਂਜੀ, ਚੰਦਰਮੁਖੀ ਬਣਤਾ ਬਹੁਤੇ ਘਰ ਮਾਲ ਭਰੇ ਨਹੀਂ ਜਾਤ ਸੰਭਾਰੇ। ਜੇ ਕੋਈ ਏਦਾਂ ਦਾ ਵੀ ਆਦਮੀ ਹੋ ਜਾਵੇ, ਐਂ ਕਹਿ ਲਓ ਵੀ ਸਾਰੇ ਰਾਜਿਆਂ ਨੂੰ ਜਿੱਤ ਲਵੇ, ਨਰੇਸ਼ਾਂ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਵੇ। ਚੰਦਰਮੁਖੀ ਬਣਤਾ, ਚੰਦਰਮੁਖੀਆਂ ਜਿੰਨੀਆਂ ਵੀ ਬਣਤਾ ਨੇ, ਜਿੰਨੀਆਂ ਔਰਤਾਂ ਨੇ ਚੰਗੀਆਂ ਸੋਹਣੀਆਂ, ਸਾਰੀਆਂ ਹੀ ਉਹ ਆਪਣੇ ਕਬਜ਼ੇ 'ਚ ਕਰ ਲਵੇ। ਰਾਜੇ ਇੱਦਾਂ ਹੀ ਕਰਦੇ ਹੁੰਦੇ ਸੀ ਅੱਗੇ। ਬਹੁਤੇ ਘਰ ਮਾਲ ਭਰੇ ਨਹੀਂ ਜਾਤ ਸੰਭਾਲੇ। ਬਹੁਤੇ ਘਰ ਜਿੰਨੇ ਮਾਲ ਦੇ ਭਰੇ ਹੋਏ ਹੋਣ, ਜਿਹੜੇ ਸੰਭਾਲੇ ਨਾ ਜਾਣ, ਉਹ ਉਹਨੂੰ ਪਤਾ ਹੀ ਨਾ ਹੋਵੇ ਤੇਰੇ ਕੋਲ ਧਨ ਕਿੰਨਾ। ਨਾਮ ਵਿਹੀਨ ਅਧੀਨ ਭਏ ਜਮ ਅੰਤ ਕੋ ਨਾਂਗੇ ਹੀ ਪਾਏ ਸਿਧਾਰੇ। ਜੇ ਨਾਮ ਨਹੀਂ ਨਾ ਕੋਲ ਹੈਗਾ, ਫਿਰ ਕੁਛ ਵੀ ਨਹੀਂ ਤੇਰੇ ਕੋਲ। ਕਿਉਂ? ਉਹ ਤਾਂ ਅੰਤ ਨੂੰ ਨੰਗੇ ਪੈਰੀਂ ਜਾਣਾ, ਉਹ ਤਾਂ ਇੱਥੇ ਰਹਿ ਜਾਣੇ ਨੇ। ਨਾਮ ਇਹ ਨਾਲ ਜਾਣਾ। ਨਾਮ ਵਿਹੀਨ ਅਧੀਨ ਭਏ ਜਮ। ਅਧੀਨ ਭਏ ਜਮ, ਜਮ ਦੇ ਅਧੀਨ। ਤੂੰ ਜਿਉਂਦਾ ਵੀ ਮਰਿਆ ਹੋਇਆ ਵੀ। ਭਰਮ ਚ ਜਮ ਕੀ ਹੈ? ਭਰਮ ਦੇ ਅਧੀਨ। ਭਰਮ ਦੇ ਅਧੀਨ ਦਾ ਮਤਲਬ ਹੈ ਤੂੰ ਮੰਨਦਾ ਮੇਰੇ ਨੇ, ਤੇਰੇ ਹੈ ਨਹੀਂ ਉਹ। ਆਹ ਭਰਮ ਤੈਨੂੰ। ਜਿਹਨੂੰ ਤੂੰ ਮੇਰਾ ਕਹਿਣਾ, ਤੇਰਾ ਹੈ ਹੀ ਨਹੀਂ। ਤੇਰਾ ਹੋਵੇ ਤੂੰ ਨਾਲ ਲੈ ਜੀ, ਫਿਰ ਜੇ ਨਾਲ ਨਹੀਂ ਲਿਆ ਸਕਦਾ ਫਿਰ ਤੇਰਾ ਹੈ ਨਹੀਂ। ਅਧੀਨ ਪਏ ਜਮ, ਜਮ ਦੇ ਜਾਲ ਦੇ ਅਧੀਨ ਹੈ ਉਹ। ਜੰਮਣ ਮਰਨ ਦੇ ਵਿੱਚ ਹੈ। ਅੰਤ ਕੋ ਨਾਂਗੇ ਹੀ ਪਾਏ ਸਿਧਾਰੇ। ਅੰਤ ਬੜੇ ਨੰਗੇ ਪੈਰੀ ਹੋ ਜਾਊਗਾ। ਜੁੱਤੀ ਨਹੀਂ ਨਾ ਪਾਉਂਦੇ ਮਰਨ ਅੱਗੇ ਦੇ।
ਉਹ ਨਾਂਗੇ ਦਾ ਮਤਲਬ ਸਰੀਰ ਵੀ ਨਹੀਂ ਜਾਣਾ ਨਾਲ। ਅਸਲ ਦੇ ਵਿੱਚ ਤਾਂ ਸਰੀਰ ਦੀ ਗੱਲ ਹੈ। ਨਾਂਗੇ ਪਾਏ ਦਾ ਮਤਲਬ ਜਿਹੜੇ ਤੇਰੇ ਪੈਰ ਨੇ ਨਾ ਉਹਨਾਂ ਦੇ ਉੱਤੇ ਆ ਨਹੀਂ ਹੋਣਾ, ਸਰੀਰ ਨਹੀਂ ਹੋਣਾ। ਜੇ ਸਰੀਰ ਲੈ ਕੇ ਆਇਆ ਸੀ, ਨੰਗਾ ਨਹੀਂ ਆਇਆ। ਉਹ ਨਾਂਗੇ ਆਵਣ, ਨਾਂਗੇ ਜਾਣਾ ਤਾਂ ਕਹਿੰਦੇ ਨੇ। ਉਹ ਸਰੀਰ ਵਾਲਾ ਕੱਪੜਾ ਨਹੀਂ ਹੁੰਦਾ, ਨੰਗਾ ਬਣਦੇ ਨੇ ਜੰਮਦੇ ਨੂੰ। ਉਹ ਸਾਡੀ ਬੋਲੀ ਹੈ। ਜਿਹੜਾ ਨਾਂਗੇ ਜਾਣਾ ਉਹ ਗੁਰਮੁਖੀ ਬੋਲੀ ਹੈ। ਕੋਈ ਨਾ ਰਹਿਸੀ ਰਾਜਾ ਰਾਣਾ। ਜਿਹੜਾ ਸਾਡੀ ਬੋਲੀ ਹੈ ਨੰਗਾ, ਉਹ ਹੈਗਾ ਸਰੀਰ ਕਰਕੇ ਨੰਗਾ। ਆਉਂਦਾ ਨੰਗਾ ਹੈ, ਜੰਮਦਾ ਨੰਗਾ ਹੈ। ਕੱਪੜੇ ਨਾ ਪਾਏ ਹੁੰਦੇ, ਕੱਪੜੇ ਨਹੀਂ ਨਾ ਪਾਏ ਹੁੰਦੇ। ਉਹ ਸਾਡੀ ਬੋਲੀ ਹੈ ਨਾਂਗੇ ਆਵਣ। ਆਪਾਂ ਕਹਿੰਦੇ ਹੀ ਹਾਂ ਜਾਉਂਦਾ ਨੰਗਾ ਆਉਂਦਾ, ਨਾਂਗੇ ਜਾਣਾ। ਇਹ ਬੋਲੀ ਸੰਸਾਰੀ ਬੋਲੀ ਹੋਈ ਹੈ। ਜਾਣਾ ਤਾਂ ਭਾਈ ਨੰਗਾ ਹੈ, ਉਹ ਸਰੀਰ ਇੱਥੇ ਰਹਿ ਜਾਣਾ। ਸਰੀਰ ਤੇ ਤਾਂ ਪਹਿਲਾਂ ਹੀ ਖੋਹ ਲੈਂਦੇ ਨੇ, ਨੰਗਾ ਚਲਿਆ ਜਾਂਦਾ। ਨੰਗਾ ਦੋਜਕ ਚਾਲਿਆ ਤਾਂ ਦੱਸੇ ਖਰਾ ਡਰਾਵਣਾ। ਉਹਦਾ ਜਿਹਨੂੰ ਦਿਸਦਾ ਉਹੀ ਹੈ ਡਰਾਵਣਾ। ਉਹਦੇ ਵਾਸਤੇ ਹੀ ਹੈ। ਜਿਹਨੂੰ ਦੀਦਾ ਹੀ ਨਹੀਂ ਉਹਨੂੰ ਕੀ ਡਰਾਵਣਾ ਕੀ ਨਾ ਡਰਾਵਣਾ। ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ। ਹਾਂਜੀ। ਰਾਵਣ ਕੇ ਮਹਿ ਰਾਵਣ ਕੇ ਮਨ ਕੇ ਨਲ ਕੇ ਚੜਤੇ ਨਾ ਚਲੀ ਗਉ। ਆ ਦੇਖ ਲਓ ਜਿਹੜੀ ਮਾਇਆ ਭਾਈ। ਰਾਵਣ ਕੋ ਕਹਿੰਦੇ ਸੋਨੇ ਦੀ ਲੰਕਾ ਸੀ। ਜਿਵੇਂ ਪ੍ਰਚਲਿਤ ਗੱਲ ਹੈ, ਪ੍ਰਚਲਿਤ ਹੈ। ਰਾਵਣ ਦੇ ਕੋਲ ਸਾਰੀ ਮਾਇਆ ਸੀ। ਲੰਕਾ ਸੋਨੇ ਦੀ ਸੀ, ਹੀਰੇ ਜਵਾਹਰਾਤ ਭਰੇ ਹੋਏ ਸੀ। ਇੱਕ ਮਹਿ ਰਾਵਣ ਹੈ, ਉਹ ਪਤਾਲ ਦਾ ਰਾਜਾ ਬਣਿਆ ਇਹਨਾਂ ਨੇ। ਰਾਵਣ ਕੇ ਮਹਿ ਰਾਵਣ ਕੇ ਮਨ ਕੇ ਨਲ ਕੇ ਚੜਤੀ ਨਾ ਚਲੀ ਗਉ। ਇਹ ਸਾਰੇ ਰਾਜਿਆਂ ਦੇ ਨਾਲ ਮਾਇਆ ਚਲੀ ਗਈ। ਗਈ ਹੈ ਕਿਸੇ ਦੇ ਨਾਲ? ਜੇ ਉਹਨਾਂ ਦੇ ਨਾਲ ਨਹੀਂ ਗਈ ਜਿਨ੍ਹਾਂ ਦੇ ਖਾਤਰ ਇਹ ਲਿਖਦੇ ਨੇ ਜੀ ਉਹਦਾ ਕਾਲ ਵਸ ਕੀਤਾ ਤੇ ਜੀ ਪਾਵੇ ਨਾ ਬੰਨਿਆ ਹੈ ਸੀ, ਇਹ ਉਹ ਹੈ ਜੋ ਵੀ ਕਹਾਣੀਆਂ ਨੇ, ਉਹਨਾਂ ਦੇ ਨਾਲ ਨਹੀਂ ਗਈ। ਅਸੀਂ ਕਿਵੇਂ ਲੈ ਜਾਵਾਂਗੇ? ਨਹੀਂ ਜਾਣੀ ਕਿਸੇ ਦੇ। ਉਪਦੇਸ਼ ਹੈ। ਭੋਜ ਦਲੀਪਤ ਕੋ ਰਵੀ ਕੇ ਨਹੀਂ ਸਾਥ ਦਿਓ ਰਘੁਨਾਥ ਬਲੀ ਕੋ। ਦੇਖੋ ਦਲੀਪ ਰਾਜਾ ਇੱਕ ਭੋਜ ਰਾਜਾ, ਦਲੀਪ ਰਾਜਾ, ਰਘੂ ਰਾਜਾ ਇਹਦਾ ਦਸ਼ਰਥ ਦਾ ਪਿਓ ਹੈ। ਐਡੇ ਐਡੇ ਬੜੇ ਰਾਜੇ ਹੋਏ ਨੇ। ਮਾਇਆ ਰਾਜ ਭਾਗ ਇੱਥੇ ਰਹਿ ਜਾਂਦਾ ਸਭ ਦਾ। ਜਿਹੜਾ ਕੋਈ ਕਰਮ ਚੰਗੇ ਕਰਦਾ ਉਹਦਾ ਚੰਗਾ ਨਾਂ ਹੋ ਜਾਂਦਾ। ਜਿਹੜਾ ਬੁਰਾ ਕੰਮ ਕਰਦਾ ਉਹਦਾ ਬੁਰਾ ਨਾਂ ਹੋ ਜਾਂਦਾ। ਕੋਈ ਜਸ ਖੱਟ ਲੈਂਦਾ। ਜਸ ਖੱਟਣਾ ਚੰਗਾ ਹੈ, ਅਪਜਸ ਖੱਟਣਾ ਮਾੜਾ। ਜੇ ਮਾਇਆ ਨਾਲ ਅਪਜਸ ਖੱਟੇ ਉਹ ਮਾਇਆ ਸਰਾਪ ਹੈ। ਉਹ ਮਾਇਆ ਰੋਗ ਰੂਪ ਹੈ। ਹੰਕਾਰ ਵੱਧ ਗਿਆ, ਅਪਜਸ ਮਿਲ ਗਿਆ। ਜੇ ਮਾਇਆ ਨਾਲ ਜਸ ਖੱਟ ਲਿਆ ਸੰਸਾਰ 'ਚ, ਉਹ ਮਾਇਆ ਵੀ ਸਫਲੀ ਹੈ। ਜਸ ਖੱਟ ਲਿਆ ਜੇ, ਜਸ ਦਾ ਤਾਂ ਹੀ ਹੋਊ ਜੇ ਚੰਗੇ ਕੰਮ ਕਰੂਗਾ। ਜੇ ਮਾਇਆ ਨਾਲ ਜਸ ਖੱਟ ਲਿਆ, ਹੁਣ ਗੁਰੂ ਘਰ 'ਚ ਮਾਇਆ ਸੀ, ਉਹ ਜਸ ਵਾਲਾ ਕੰਮ ਕੀਤਾ ਉਹਨਾਂ ਨੇ, ਅਪਜਸ ਵਾਲਾ ਨਹੀਂ ਕੀਤਾ। ਹਾਂ, ਜੇ ਸੰਸਾਰੀ ਮਾਇਆ ਨਾਲ ਜਸ ਖੱਟ ਲਵੇ, ਹੁਣ ਰਾਜ ਹੈ ਸਾਰਾ ਇਕੱਠਾ ਮਤਲਬ ਹੈ ਕਰਕੇ ਪੈਸੇ ਜਸ ਖੱਟਿਆ। ਹੁਣ ਤੱਕ ਉਹਦਾ ਨਾਂ ਚੱਲਦਾ ਹੈ ਰੁਦਰ ਅਵਤਾਰ ਦਾ। ਤਾਂ ਰਾਜਾ ਹੀ ਜਸ ਖੱਟਿਆ। ਜੋ ਨਾ ਰਾਮਚੰਦਰ ਦਾ ਨਾਂ ਚੱਲਦਾ, ਜਸ ਖੱਟਿਆ। ਚੰਗੇ ਕੰਮ ਕੀਤੇ ਨੇ, ਲੋਕਾਂ ਨੂੰ ਸੁੱਖ ਦਿੱਤਾ, ਦੁੱਖ ਨਹੀਂ ਦਿੱਤਾ। ਹਾਂਜੀ। ਸੰਗ ਚਲੀ ਅਬਲੋ ਨਹੀਂ ਕਾਹੂੰ ਕੇ ਸਾਚ ਕਹੂੰ ਅਗ ਔਗ ਦਲੀ ਸੋ। ਸੱਚੀ ਗੱਲ ਇਹ ਹੈ ਭਾਈ, ਅੱਜ ਤਾਈਂ ਕਿਸੇ ਦੇ ਨਾਲ ਨਹੀਂ ਚੱਲੀ। ਸੱਚੀ ਗੱਲ ਇਹ ਹੈ, ਔਰ ਸਾਰੇ ਮੰਨਦੇ ਹੀ ਨੇ। ਕਿਹੜਾ ਨਵੀਂ ਗੱਲ ਹੈ? ਸੰਗ ਚਲੀ ਅਬਲੋ ਨਹੀਂ ਕਾਹੂੰ ਕੇ, ਕਿਸੇ ਦੇ ਨਾਲ ਨਹੀਂ ਗਈ ਅੱਜ ਤਾਈਂ। ਇਸ ਕਰਕੇ ਤੁਹਾਡੇ ਨਾਲ ਵੀ ਨਹੀਂ ਜਾਣੀ। ਸਾਚ ਕਹੂੰ ਇਹਨੂੰ ਐਂ ਇਕੱਠੀ ਕਰਕੇ ਮਾਇਆ ਨੂੰ, ਲੋਕਾਂ ਨੂੰ ਤੰਗ ਨਾ ਕਰੋ ਮਾਇਆ ਨਾਲ। ਜਿਹੜੇ ਲੋਕ ਬਹੁਤ ਸਾਰੀ ਮਾਇਆ ਇਕੱਠੀ ਕਰਕੇ ਅੱਗੇ ਪਿੱਛੇ ਆਪਣੇ ਸਟਾਕ
ਇਕੱਠੇ ਕਰ ਲੈਂਦੇ ਨੇ, ਫਿਰ ਗਰੀਬ ਚਾਹੇ ਭੁੱਖੇ ਮਰ ਜਾਣ ਵੇਚਦੇ ਨਹੀਂ, ਮਹਿੰਗੀ ਵੇਚਦੇ ਨੇ, ਉਹ ਪਾਪ ਕਰਮ ਕਰਦੇ ਨੇ ਮਾਇਆ ਨਾਲ। ਮਸਨੂਈ ਆਰਜ਼ੀ ਪੈਦਾ ਕਰ ਦੇਣੀ, ਕਿੱਲਤ ਪੈਦਾ ਕਰ ਦੇਣੀ, ਆਰਜ਼ੀ ਮਹਿੰਗਾਈ ਪੈਦਾ ਕਰ ਦੇਣੀ। ਗਰੀਬ ਆਦਮੀ ਵਾਸਤੇ ਹੈ ਤੰਗੀ ਪੈਦਾ ਕਰਨੀ, ਉਹ ਮਾਇਆ ਨਾਲ ਇਹ ਪਾਪ ਹੈ। ਇਹ ਹਿਸਾਬ ਗਾਹਾਂ ਦੇਣਾ ਪਊ। ਇਸ ਕਰਕੇ ਦਿੱਤਾ ਤੁਹਾਨੂੰ, ਇਸ ਕਰਕੇ ਨਹੀਂ ਦਿੱਤਾ ਮਾਇਆ ਉਹ ਦਿੰਦਾ। ਪਾਵਰ ਇਸ ਕਰਕੇ ਦਿੰਦਾ ਵੀ ਪਾਵਰ ਦੇ ਨਾਲ ਤੁਸੀਂ ਲੋਕਾਂ ਨੂੰ ਸੁੱਖ ਦਿਓ। ਜਿਹੜਾ ਪਾਵਰ ਲੈ ਕੇ ਦੁੱਖ ਦਿੰਦਾ ਨਾ, ਗਾਹਾਂ ਨੂੰ ਫਿਰ ਉਹ ਐਸੀ ਜੂਨ ਦੇ ਵਿੱਚ ਪੈ ਜਾਂਦਾ। ਜਿਵੇਂ ਹੁਣ ਲੋਕ ਕਹਿੰਦੇ ਨੇ ਪਾਪ ਕਰਦਾ, ਇਹ ਜੀ ਆ ਪਾਪ ਕਰਤਾ। ਉਹਨੇ ਖਬਰ ਕਿੰਨੇ ਪਾਪ ਕੀਤੇ ਨੇ ਪਹਿਲਾਂ, ਇਹ ਨਹੀਂ ਪਤਾ। ਉਹ ਬੱਕਰਾ ਪਹਿਲਾਂ ਕਿਹੜੀ ਜੂਨ ਸੀ? ਜੇ ਤਾਂ ਤੈਨੂੰ ਉਹ ਪਤਾ ਹੋਵੇ ਪਹਿਲਾਂ ਇਹਨੇ ਪਾਪ ਕੀਤੇ ਨੇ, ਫਿਰ ਤਾਂ ਤੈਨੂੰ ਬੱਕਰੇ ਤੇ ਨਾ ਹੋਵੇ ਤਰਸ, ਇਹ ਮੁਰਗੇ ਤੇ। ਤੈਨੂੰ ਮੁਰਗਾ ਦੀਂਦਾ, ਉਹਦੀ ਬੈਕਗਰਾਊਂਡ ਨਹੀਂ ਦਿੰਦੀ। ਇਹ ਲੋਕਾਂ ਨੂੰ ਉਹ ਤਾਂ ਦੀਂਦੇ ਨੇ ਵੀ ਵੱਢ ਹੁੰਦੇ ਨੇ, ਉਹਦੀ ਬੈਕਗਰਾਊਂਡ ਹੀ ਨਾ ਦੀਂਦੀ ਪਿੱਛੇ, ਪਿੱਛੇ ਕੀ ਕਰਕੇ ਆਇਆ ਸੀ, ਇਹਨੂੰ ਸਜ਼ਾ ਕਿਹੜੀ ਗੱਲ ਦੀ। ਉਹ ਤੁਹਾਨੂੰ ਦਿਖਾਉਣ ਵਾਸਤੇ ਸਜ਼ਾ ਇਹ ਲੈਣੀ ਦੀ ਉਦੋਂ ਸਿੱਖਿਆ। ਜਿਹੜੇ ਜੀਆਂ ਦਾ ਆਹਾਰ ਜੀ ਪਾਣੀ 'ਚ ਖਾਂਦੇ ਨੇ ਸਾਬਤੇ ਹੀ, ਉਹ ਤੋਂ ਸਿੱਖਿਆ ਲੈਣੀ ਸੀ। ਅੱਖਾਂ ਸਿੱਖਿਆ ਲੈਣ ਨੂੰ ਦਿੱਤੀਆਂ ਨੇ, ਜਾਂ ਫਿਰ ਤੁਸੀਂ ਇਹ ਸਿਸਟਮ ਬੰਦ ਕਰਕੇ ਦਿਖਾਓ ਸਾਰਾ। ਜੇ ਤੁਸੀਂ ਐਡਾ ਹੀ ਧਰਮਾਤਮਾ ਹੋ, ਰੱਬ ਕੋਲ ਭਗਤੋਂ ਸਿਫਾਰਿਸ਼ ਕਰੋ ਵੀ ਇਹ ਕੰਮ ਬੰਦ ਕਰ ਦੇਵੇ। ਉਹ ਖੇਡ ਤਾਂ ਪਰਮੇਸ਼ਰ ਦੀ ਹੈ, ਫਿਰ ਬੰਦ ਕਰ ਦੇਵੇ ਥੋੜੇ ਕਹਿੰਦੇ ਤਾਂ ਬੰਦ ਕਰਦਾ ਨਹੀਂ। ਉਹ ਇਨਸਾਫ ਇਹ ਕਰ ਰਿਹਾ, ਉਸ ਤੇ ਹੋਏ ਨਹੀਂ ਕੁਛ ਬੁਰਾ। ਜੇ ਇਹ ਗੱਲ ਸੱਚ ਹੈ ਫਿਰ ਜੋ ਹੋ ਰਿਹਾ ਠੀਕ ਹੋ ਰਿਹਾ, ਤੁਹਾਨੂੰ ਕਦੇ ਤਕਲੀਫ ਹੁੰਦੀ ਹੈ? ਅਸਲ 'ਚ ਭਾਣਾ ਮੰਨਣ ਤੋਂ ਆਕੀ ਨੇ ਲੋਕ। ਪੁੰਨ ਪਾਪ ਨੂੰ ਮੰਨਣ ਵਾਲੇ ਲੋਕ ਆਪਣੇ ਭਾਣੇ 'ਚ ਸ੍ਰਿਸ਼ਟੀ ਨੂੰ ਚਲਾਉਣਾ ਚਾਹੁੰਦੇ ਨੇ। ਜੋ ਮੈਂ ਮੰਨ ਲਿਆ ਉਹ ਠੀਕ ਹੈ, ਜੋ ਰੱਬ ਨੇ ਮੰਨਿਆ ਉਹ ਗਲਤ ਹੈ। ਕੁਦਰਤ ਦੇ ਵਿਰੋਧੀ ਨੇ ਉਹ। ਹਾਂਜੀ, ਸਾਚ ਕਹੂੰ ਅਗ ਔਗ ਦਲੀ ਸੋ। ਅੱਗ ਔਗ, ਅੱਗ ਔਗ ਜਿਹੜਾ ਹੁੰਦਾ, ਅੱਗ ਔਗ ਟਰੇ ਇਹਦੀ ਕੇ ਪ੍ਰਸਾਦ। ਜੋ ਦੁੱਖ, ਜੋ ਵਿਪਤਾ ਹੁੰਦੀ ਹੈ ਨਾ ਸਾਡੇ ਤੇ, ਉਹ ਕਹਿੰਦੇ ਨੇ ਗ੍ਰਹਿ ਚੱਕਰ ਹੈ। ਦਸਮ ਪਾਤਸ਼ਾਹ ਕਹਿੰਦਾ ਅੱਗ ਔਗ ਟਰੇ ਇਹਦੀ ਕੇ ਪ੍ਰਸਾਦ, ਇਹਦੀ ਹੀ ਕੀ ਕਿਰਪਾ ਫੁੱਲ ਤਾਂ ਪਰ। ਜਿਹੜਾ ਮੈਂ ਦਾਨ ਪੁੰਨ ਕਰਦਾ ਨਾ, ਖਾਲਸੇ ਨੂੰ ਸੇਵਾ ਕਰਦਾ, ਮੇਰੇ ਆਉਣ ਵਾਲਾ ਜਿਹੜਾ ਅੱਗ ਆਊਗਾ ਮੇਰੇ ਤੇ ਮਾੜਾ ਸਮਾਂ ਉਹ ਟਲ ਜਾਂਦਾ ਇਹਨਾਂ ਕਰਕੇ। ਅੱਗ ਆਉ ਕਹਿੰਦੇ ਨੇ ਮਾੜਾ ਸਮਾਂ। ਅੱਗ ਆਉ ਦਲਣ ਕਰਨ ਵਾਲਾ ਉਹ ਪਰਮੇਸ਼ਰ। ਅੱਗ ਆਉ ਤਾਂ ਨਸ਼ਟ ਕਰਨ ਵਾਲਾ, ਨਸ਼ਟ ਕਰਨ ਵਾਲਾ। ਪਰ ਤੁਸੀਂ ਜੇ ਅੱਗ ਆਉ ਪੈਦਾ ਕਰਦੇ ਹੋ ਮਾਇਆ ਦੇ ਨਾਲ, ਲੋਕਾਂ ਦੇ ਉੱਤੇ, ਲੋਕਾਂ ਦੇ ਉੱਤੇ ਮੁਸੀਬਤ ਪੈਦਾ ਕਰਦੇ ਹੋ ਮਾਇਆ ਨਾਲ, ਇਹ ਪਰਮੇਸ਼ਰ ਦੇ ਭਾਣੇ ਤੋਂ ਖਿਲਾਫ ਹੈ। ਚੇਤ ਰੇ ਚੇਤ ਮਹਾਪਸੂ ਕਹੂੰ ਕੇ ਸੰਗ ਚਲੀ ਨਾ ਹਲੀ ਹੋ। ਹਾਲੇ ਤੱਕ ਤਾਂ ਕਿਸੇ ਦੇ ਨਾਲ ਗਈ ਨਹੀਂ। ਹੈ ਪਸ਼ੂ ਮਹਾਪਸ਼ੂ, ਤੂੰ ਕਿਉਂ ਨਹੀਂ ਜਾਗਦਾ? ਤੈਨੂੰ ਚੇਤਨਾ ਜਾਗਣਾ ਹੁੰਦਾ ਹੈ। ਜਾਗ ਤੂੰ ਅੰਦਰੋਂ ਚੇਤ। ਅੱਜ ਤੱਕ ਗਈ ਹੈ ਕਿਸੇ ਹਿੱਲੀ ਹੈ, ਇੱਥੋਂ ਹਿੱਲੀ ਹੈ, ਉਰੇ ਹੀ ਰਹਿੰਦੀ ਹੈ ਜਾਇਦਾਦ ਮਾਇਆ ਸਭ, ਕਿਸੇ ਦੇ ਨਾਲ ਨਹੀਂ ਹਿੱਲੀ। ਕਹੂੰ ਸੰਗ ਚਲੀ ਨਾ ਹਲੀ ਹੋ। ਆ ਨਾ ਹੇਲ ਮੇਲ ਕੀਤਾ ਕਿਸੇ ਨਾਲ, ਨਾ ਇਹਨੇ ਪਿੱਛੋਂ ਉਹਦਾ ਵਿਰਾਗ ਕੀਤਾ ਵੀ ਚਲਿਆ ਗਿਆ ਮੈਨੂੰ ਛੱਡ ਕੇ। ਪਿੱਛੋਂ ਮਾਇਆ ਥੋੜੀ ਰੋਈ ਹੈ ਕਦੇ। ਹਾਂ ਹਾਂਜੀ, ਸਾਚੋ ਝੂਠ ਕਹੇ ਬਹੁਤੇ ਵਿਧੀ ਕਾਮ ਕ੍ਰੋਧ ਅਨੇਕ ਕਮਾਏ। ਹਾਂ, ਬਹੁਤ ਵਿਧੀ ਨਾਲ ਸਾਚਾ ਝੂਠ ਬੋਲਿਆ। ਸਾਚੋ ਝੂਠ ਕਹੇ ਬਹੁਤੇ ਵਿਧੀ, ਬਹੁਤੇ ਵਿਧੀਆਂ ਨਾਲ ਸੱਚ ਬੋਲਦਾ ਬੋਲਦਾ ਝੂਠ ਬੋਲ ਗਿਆ। ਇਹ ਹੈ ਕਿਸੇ ਧਾਰਮਿਕ ਉਪਦੇਸ਼ਕ ਦੀ ਗੱਲ। ਸੱਚ ਸਾਬਤ ਕਰਤਾ, ਝੂਠ ਨੂੰ ਸੱਚ ਸਾਬਤ ਕਰਨਾ ਕਈ ਵਿਧੀਆਂ ਨਾਲ ਇਹ ਕਰਦਾ ਰਿਹਾ। ਕਈ ਵਿਧੀਆਂ
ਮਿਸਾਲਾਂ ਦੇ ਕੇ ਸੱਚ ਨੂੰ ਝੂਠ ਸਾਬਤ ਕਰਦਾ ਰਿਹਾ। ਜਿਵੇਂ ਸਰੀਰ ਮਾਇਆ ਦੀ ਗੱਲ, ਲਓ ਜੀ ਸਰੀਰ ਬਿਨਾਂ ਫਿਰ ਉਹ ਜਿਹੜੇ ਮੂਰਤੀ ਪੂਜਾ ਵਾਲੇ ਨੇ ਉਹ ਫਿਰ ਬਹਾਨੇ ਬਣਾਉਂਦੇ ਨੇ। ਸਰੀਰ ਬਿਨਾਂ ਤਾਂ ਫਿਰ ਆਤਮਾ ਵੀ ਨਹੀਂ ਕੁਛ ਹੈਗੀ। ਆਤਮਾ ਕੀ ਕਰੂਗੀ? ਇਹ ਕਰੂਗੀ ਉਹ ਕਰੂਗੀ। ਦਰਸ਼ਨ ਆਤਮਾ ਦਾ ਕਰ ਲਓ, ਸਰੀਰ ਦੀ ਤਾਂ ਲੋੜ ਹੈ। ਤਲਵਾਰ ਬਿਨਾਂ ਮਿਆਨ ਕੀ ਕਰੂਗਾ? ਮਿਆਨ ਬਿਨਾਂ ਤਲਵਾਰ ਤਾਂ ਕੁਛ ਕਰ ਸਕਦੀ ਹੈ। ਮਿਆਨ ਤਾਂ ਤਲਵਾਰ ਵਾਸਤੇ ਹੀ ਹੈ। ਤਲਵਾਰ ਬਣੀ, ਮਿਆਨ ਬਾਅਦ ਚ ਬਣਿਆ। ਆਤਮਾ ਦਾ ਪਹਿਲਾ ਸਰੀਰ ਤਾਂ ਬਾਅਦ ਚ ਬਣਿਆ। ਜੋ ਪਹਿਲਾਂ ਇੱਕ ਨੰਬਰ ਤੇ ਚੀਜ਼ ਉਹਨੂੰ ਇਗਨੋਰ ਕਰਤਾ, 2 ਨੰਬਰ ਵਾਲੀ ਨੂੰ। ਕੱਪੜੇ ਪਹਿਲਾਂ ਹੀ ਸੰਭਾਲੇ, ਬੱਚਾ ਪੈਦਾ ਨਹੀਂ ਹੋਇਆ, ਸਾਰੀ ਜ਼ਿੰਦਗੀ ਲਈ ਫਰੀ ਜਾ ਫਰਾਕਾਂ ਨੂੰ ਪ੍ਰੈਸ ਕਰਾਉਂਦਾ, ਹਫ਼ਤੇ ਬਾਅਦ ਧੋਂਦਾ। ਜੇ ਜਵਾਕ ਹੀ ਨਹੀਂ ਘਰ ਪੈਦਾ ਹੋਇਆ, ਉਹ ਜਿਹੜਾ ਗੱਡਾ ਕੱਪੜਿਆਂ ਦਾ ਸੰਭਾਲ ਕੇ ਰੱਖਿਆ ਹੋਇਆ, ਇਹ ਜਿਹੜਾ ਗਵਾਂਢੀਆਂ ਦੇ ਪੈਦਾ ਹੁੰਦਾ ਉਹ ਜਿਹਾ ਹੋਰ ਸੰਭਾਲ ਲੈਂਦਾ ਉੱਡਾ ਵੱਡਾ, ਤੈਨੂੰ ਕੀ ਫਾਇਦਾ ਉਹਦਾ? ਕੋਈ ਨਿਆਣੇ ਦੀ ਫੋਟੋ ਬਣਾਈ ਹੋਵੇ ਕ੍ਰਿਸ਼ਨ ਦੀ, ਕੋਈ ਸਿਆਣੇ ਦੀ, ਬੜੇ ਦੀ ਬਣਾਈ ਆ, ਫਰਾਕਾਂ ਹੀ ਨਾ, ਹੋਰ ਕੀ ਆ? ਉਹ ਕੀ ਨੇ ਇਹ ਜਿਹਾ ਕੁਛ ਇਹਨਾਂ ਦਾ ਤਾਂ ਕੀਤਾ। ਕਾਮ ਕ੍ਰੋਧ ਅਨੇਕ ਕਮਾਏ। ਜੇ ਆਤਮਾ ਦੇਖਦੇ ਇੱਕੋ ਹੀ ਹੈ, ਸ਼ੁਰੂ ਤੋਂ ਸ਼ਾਮ ਆਖਰ ਤੱਕ ਆਤਮਾ ਦਾ ਇੱਕ ਹੈ। ਸਰੀਰ ਤਾਂ ਬਦਲੇ ਨੇ, ਫਿਰ ਉਹਦਾ ਤਾਂ ਇੱਕ ਰੂਪ ਰਿਹਾ ਨਾ ਸਰੀਰ ਦਾ। ਤਾਂ ਇਹ ਨਹੀਂ ਜੀ, ਨਾ ਇਹ ਹੁੰਦਾ। ਫਿਰ ਉਹ ਯਾਨੀ ਕਈ ਪ੍ਰਕਾਰ ਨਾਲ ਵਿਧੀਆਂ ਨਾਲ ਝੂਠ ਨੂੰ ਸੱਚ ਸਾਬਤ ਕਰਨਾ ਚਾਹੁੰਦੇ ਨੇ। ਆਹ ਗੱਲ ਹੈ। ਬਹੁਤ ਝੂਠ ਬੋਲੇ, ਬਹੁਤ ਮਿਸਾਲਾਂ ਝੂਠੀਆਂ ਦੇ ਕੇ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਝੂਠ ਨੂੰ। ਉਹਦੇ ਝੂਠ ਦੇ ਆਸਰੇ ਹੀ ਧਰਮ ਖੜੇ ਨੇ ਸਾਰੇ। ਜਿੰਨੀਆਂ ਮੱਤਾਂ ਨੇ ਉਹ ਝੂਠ ਨੂੰ ਸੱਚੇ ਬਣਾਉਂਦੀਆਂ ਰਹੀਆਂ ਨੇ, ਪਰ ਰਿਹਾ ਝੂਠ ਹੀ ਹੈ ਅਖੀਰ। 100 ਝੂਠ, ਇੱਕ ਝੂਠ ਬੋਲ ਕੇ ਕਹਿੰਦੇ 100 ਝੂਠ ਹੋਰ ਬੋਲੀਏ ਨਾ, ਉਹਨੂੰ ਸੱਚ ਸਾਬਤ ਕਰਨ ਵਾਸਤੇ ਉਹ ਝੂਠੇ ਰਹਿੰਦਾ। ਝੂਠ ਨੂੰ ਝੂਠ ਨਾਲ ਸੱਚ ਨਹੀਂ ਬਣਾਇਆ ਜਾ ਸਕਦਾ। ਜੇ ਤਾਂ ਹੋਵੇ ਦੁੱਧ ਵਿੱਚ ਪਾ ਦਈਏ ਪਾਣੀ, ਫਿਰ ਤਾਂ ਥੋੜ੍ਹਾ ਬਹੁਤਾ ਚੱਲ ਰੰਗ ਚਿੱਟਾ ਜਿਹਾ ਹੋ ਜਾਂਦਾ ਉਹਦਾ। ਜੇ ਪਹਿਲਾਂ ਹੀ ਪਾਣੀ ਆ, ਜਿੰਨਾ ਮਰਜ਼ੀ ਪਾਣੀ ਪਾਈ ਜਾਓ ਤਾਂ ਪਾਣੀ ਹੋ ਰਹਿਣਾ। ਦੁੱਧ ਤਾਂ ਹੈ ਹੀ ਨਹੀਂ ਵਿੱਚ। ਹਾਂਜੀ। ਕਾਮ ਕ੍ਰੋਧ ਅਨੇਕ ਕਮਾਏ। ਕਾਮ ਕ੍ਰੋਧ ਅਨੇਕ ਕਮਾਏ। ਕੀ ਕਮਾਏ? ਕਾਮ ਲੋ, ਇੱਛਾ ਪੈਦਾ ਕਰ ਲਈ ਅਨੇਕ। ਕਮਾਈ ਕਾਹਦੀ ਕੀਤੀ? ਇੱਛਾਵਾਂ ਪੈਦਾ ਕੀਤੀਆਂ ਨੇ। ਤੇ ਕਮਾਏ ਲਫ਼ਜ਼ ਆ ਗਿਆ ਕਾਮ ਨਾਲ। ਦੱਸੋ ਕਾਮ ਦਾ ਅਰਥ ਕੀ ਕਰੋਗੇ? ਜਾਂ ਕਮਾਈ ਹੈ ਇਹ? ਇੱਛਾਵਾਂ ਪੈਦਾ ਕਰ ਲਈਆਂ। ਜਦ ਬੱਚਾ ਪੈਦਾ ਹੁੰਦਾ ਇੱਛਾ ਥੋੜ੍ਹੀ ਹੁੰਦੀ ਹੈ। ਆਦਮੀ ਹੋਈ ਹੈ, ਆਦਮੀ ਦੀਆਂ ਇੱਛਾਵਾਂ ਰੋਜ਼ ਵੱਧਦੀਆਂ ਨੇ, ਲੋੜਾਂ ਰੋਜ਼ ਵੱਧਦੀਆਂ ਨੇ। ਕਾਮ ਕ੍ਰੋਧ ਅਨੇਕ ਕਮਾਏ। ਕਾਮਨਾਵਾਂ ਔਰ ਕ੍ਰੋਧ ਅਨੇਕਾਂ ਪ੍ਰਕਾਰ ਦਾ ਕ੍ਰੋਧ ਹੈ। ਇਹ ਕਮਾਈ ਕੀਤੀ ਹੈ ਤੁਸੀਂ। ਇਹ ਇੱਛਾਵਾਂ ਪੈਦਾ ਕੀਤੀਆਂ ਨੇ। ਮਾਇਆ ਦੀਆਂ ਇੱਛਾਵਾਂ ਜਿੰਨੀਆਂ ਜ਼ਿਆਦਾ ਹੋਣਗੀਆਂ ਉਹਨਾਂ ਕ੍ਰੋਧ ਵੀ ਜ਼ਿਆਦਾ ਹੋਊਗਾ। ਭਾਜ ਨਲਾਜ ਬਚਾ ਧਨ ਕੇ, ਧਨ ਲੋਭ ਗਇਓ ਪਰ ਲੋਕ ਗਵਾਏ। ਭਾਜ ਨਾ ਲਾਜ ਬਚਾ, ਜਿੰਨਾ ਮਰਜ਼ੀ ਭੱਜ ਲੈ ਇਹ ਲਾਜ ਨਹੀਂ ਬਚਣੀ, ਮੌਤ ਤੋਂ ਨਹੀਂ ਬਚਿਆ ਜਾ ਸਕਣਾ। ਭਾਜ ਨਲਾਜ ਬਚਾ ਧਨ ਕੇ ਡਰ, ਲੋਕ ਗਇਓ ਪਰ ਲੋਕ ਗਵਾਏ। ਲੋਕ ਗਇਓ ਪਰ ਲੋਕ ਗਵਾਏ। ਭਾਜ ਨਲਾਜ ਬਚਾ ਧਨ ਕੇ ਡਰ। ਹੈ ਭਾਜ ਨਾ ਲਾਜ ਬਚਾ ਧਨ ਕੇ ਡਰ। ਧਨ ਕੇ ਡਰ ਨਾਲ ਭਜਦਾ ਰਿਹਾ, ਲਾਜ ਨਹੀਂ ਬਚੀ, ਬੇਇੱਜ਼ਤ ਹੋਇਆ। ਜਿੰਨਾ ਮਰਜ਼ੀ ਭਜਦਾ ਰਿਹਾ, ਉਹ ਹੈ ਨਾ ਓਟਣ ਛੋਟਣ, ਓਟਣ ਛੋਟਣ ਤੋਸਾ। ਇਹ ਭੱਜਣ ਲੈ ਜਿੰਨਾ ਮਰਜ਼ੀ, ਚਾਹੇ ਜਿੰਨਾ ਮਰਜ਼ੀ ਧਨ ਇਕੱਠਾ ਕਰ ਲੈ, ਇੱਜ਼ਤ ਨਹੀਂ ਬਚਣੀ ਇਹਦੇ ਨਾਲ। ਕਿਉਂ? ਘਰ ਜਾ ਜਾਏਗਾ ਨਾ। ਘਰ ਇੱਕ ਤਾਂ ਹੁੰਦਾ ਪਤ ਸਿਉ ਘਰ ਜਾਏ,
ਕਹਿੰਦੇ ਨੇ ਵੀ ਜਿਹੜਾ ਘਰ ਪੁਲਿਸ ਆ ਜਾਏ ਜਾਂ ਜਿਹਨੂੰ ਥਾਣੇ ਸੱਦ ਲਵੇ, ਸੱਦ ਲੈਣ ਪੁਲਿਸ ਵਾਲੇ ਕਿ ਉਹ ਕਹਿੰਦੇ ਵੀ ਸਾਡਾ ਤਾਂ ਕੋਈ 4 ਪੀੜ੍ਹੀਆਂ 'ਚ ਅਸੀਂ ਤਾਂ ਥਾਣੇ ਦਾ ਮੂੰਹ ਨਹੀਂ ਦੇਖਿਆ। ਇਹਦਾ ਮਤਲਬ ਸ਼ਰੀਫ ਆਦਮੀ ਨੇ। ਆਪਣੇ ਸ਼ਰੀਫ ਦੀ ਚੰਗੇ ਹੋਣ ਦੀ ਨਿਸ਼ਾਨੀ ਇਹ ਵੀ ਸਾਡੇ 4 ਪੀੜ੍ਹੀਆਂ 'ਚ ਕੋਈ ਥਾਣੇ ਨਹੀਂ ਗਿਆ ਅੱਜ ਤੱਕ, ਨਾ ਸਾਡੇ ਪੁਲਿਸ ਆਈ ਹੈ। ਹੁਣ ਜਿਹਦੇ ਘਰ ਭਾਈ ਜਾਮ ਆਊਗਾ ਲੈਣ, ਉਹਦੀ ਲਾਜ ਵੱਜਦੀ ਹੈ ਫਿਰ। ਬਸ ਆਹ ਗੱਲ ਹੈ। ਜਾਂ ਜਿਹਦੇ ਹੱਥਕੜੀ ਲਾ ਕੇ ਲੈ ਕੇ ਜਾਣਗੇ ਬੰਨ੍ਹ ਕੇ, ਗਲ ਸੰਗਲ ਘੱਤ ਚਲਾਇਆ, ਉਹਦੀ ਲਾਜ ਵੱਜਦੀ ਹੈ ਫਿਰ। ਛੱਡਿਆ ਸੀ ਆਪਣੀ ਮਰਜ਼ੀ ਨਾਲ, ਆਇਆ ਸੀ ਖੁਸ਼ੀ 'ਚ, ਲੈ ਭਾਈ ਲੈ ਜਾ, ਲਿਆਂਦਾ ਹੱਥਕੜੀ ਲਾ ਕੇ, ਬਾਗੀ ਹੋ ਗਿਆ ਨਾ ਇੱਥੇ ਆ ਕੇ। ਜਦ ਆਇਆ ਜਾਂ ਬਾਗੀ ਨਹੀਂ ਸੀ, ਜਾਂ ਰਾਜੀ ਨਾ ਆਇਆ, ਇੱਥੇ ਆ ਕੇ ਬਾਗੀ ਹੋ ਗਿਆ। ਹੁਕਮ ਤੋਂ ਬਾਗੀ ਰਿਹਾ ਸਾਰੀ ਜ਼ਿੰਦਗੀ, ਤਾਂ ਗ੍ਰਿਫਤਾਰ ਕਰਕੇ ਲੈ ਗਏ। ਜਿਹੜਾ ਭਾਣੇ ਦੇ ਵਿੱਚ ਹੈ ਉਹ ਬਾਗੀ ਹੈ ਨਹੀਂ। ਤਲਬਾਂ ਪੌਸਣ ਆਕੀਆਂ, ਜਿਹੜੇ ਬਾਗੀ ਨੇ ਉਹਨਾਂ ਨੂੰ ਕਹਿੰਦੇ ਲਿਆਓ ਫੜ ਕੇ ਭਾਈ। ਜਿਹੜੇ ਸੱਦੇ ਤੇ ਵੀ ਆ ਜਾਵੇ ਥਾਣੇ, ਸੁਨੇਹਾ ਮਿਲਦੀ ਸਾਰੇ, ਉਹਦੀ ਬੇਇੱਜ਼ਤੀ ਨਹੀਂ ਹੁੰਦੀ। ਕਹਿੰਦੇ ਦੱਸੋ ਕੀ ਗੱਲ ਆ? ਕਹਿੰਦੇ ਭਾਈ ਖਬਰੇ ਕਾਸ ਨੂੰ ਸੱਦਿਆ ਕਿਉਂ ਹੈ? ਖਬਰ ਹੈ ਕਿਹਾ ਭਾਈ ਤੇਰੇ ਕੋਲ ਦੁੱਧ ਜ਼ਿਆਦਾ ਹੈ, ਇੱਥੇ ਸਾਡੇ ਅਫਸਰਾਂ ਨੇ ਆਉਣਾ, ਸਾਡੇ ਫੰਕਸ਼ਨ ਹੈ, ਵੀ 10 ਕਿਲੋ ਦੁੱਧ ਭੇਜਦੀ। ਕਹਿੰਦਾ ਕੋਈ ਨਹੀਂ ਭੇਜ ਦਾਂਗੇ। ਕੋਈ ਲੋੜ ਵੀ ਹੋ ਸਕਦੀ ਹੈ ਨਾ, ਤੇ ਉਹਦੀ ਤਾਂ ਫਿਰ ਇੱਜ਼ਤ ਹੀ ਹੈ। ਸੱਦੇ ਤੇ ਹਰੇਕ ਨੂੰ ਸੱਦੇ ਤੇ ਬੇਇੱਜ਼ਤੀ ਨਹੀਂ ਗੱਲ। ਸੱਦਿਆ ਕਾਹਦੇ ਵਾਸਤੇ? ਸੱਦਣਾ ਤਾਂ ਸਭ ਨੂੰ, ਜਾਣਾ ਤਾਂ ਸਭ ਨਹੀਂ ਹੈ। ਇੱਕ ਦੀ ਗਏ ਦੀ ਇੱਜ਼ਤ ਹੈ, ਇੱਕ ਦੀ ਗਏ ਦੀ ਬੇਇੱਜ਼ਤੀ। ਗੱਲ ਇਹ ਹੈ। ਭਾਜ ਨਲਾਜ ਬਚਾ ਧਨ ਕੇ ਡਰ, ਲੋਕ ਗਏ ਉੱਪਰ ਲੋਕ ਗਵਾਏ। ਨਲਾਜ ਨਹੀਂ, ਭਾਜ ਨਾ ਲਾਜ। ਭਾਜ ਨਾ ਲਾਜ ਬਚਾ ਧਨ ਕੇ ਡਰ, ਲੋਕ ਗਏ ਉੱਪਰ ਲੋਕ ਗਵਾਏ। ਧਨ ਦੇ ਡਰ ਨਾਲ ਕਿਤੇ ਤੇਰਾ ਵੀ ਅਮੀਰ ਆਦਮੀ ਹੈ ਨਾ, ਅਮੀਰ ਆਦਮੀ ਹੈ। ਆਮ ਪੁਲਿਸ ਵਾਲੇ ਵੀ ਹੱਥ ਨਹੀਂ ਪਾਉਂਦੇ ਸੰਸਾਰ 'ਚ। ਸਰਕਾਰੀ ਆਦਮੀ ਵੀ ਬੜੇ ਆਦਮੀਆਂ ਨੂੰ ਡਰਦੇ ਨੇ ਵੀ ਇਹਦੀ ਰਾਜੇ ਨਾਲ, ਇਹ ਅਫਸਰਾਂ ਨਾਲ ਗੱਲਬਾਤ ਹੋਊਗੀ। ਪਰ ਇੱਥੇ ਨਹੀਂ ਵੱਜਦਾ ਹੈ ਜਮ ਤੋਂ। ਜਮ ਨਹੀਂ ਸਮਝਦਾ ਸੰਸਾਰੀ ਧਨ ਤੋਂ ਜਮ ਨਹੀਂ ਡਰਦਾ। ਹਾਂ, ਨਾਮ ਤੋਂ ਡਰਦਾ, ਨਾਮ ਧਨ ਤੋਂ ਜਮ ਡਰਦਾ। ਜਿਹਦੇ ਕੋਲ ਨਾਮ ਧਨ ਹੈ ਨਾ, ਉੱਥੇ ਡਰਦਾ, ਉੱਥੇ ਨਹੀਂ ਜਾਂਦਾ। ਉੱਥੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਉਹਨੂੰ, ਉੱਥੋਂ ਡਰਦਾ। ਸੰਸਾਰੀ ਧਨ ਤੋਂ ਨਹੀਂ ਡਰਦਾ। ਦੁਆਦਸ ਬਰਖ ਪੜਾ ਨਾ ਗੁੜਿਓ, ਜੜ ਰਜੀਵ ਲੋਚਨ ਨਾ ਹਨ ਪਾਏ। ਪਹਿਲਾਂ 12 ਸਾਲ ਜਿਹੜੇ ਹੁੰਦੇ ਨੇ ਬਾਲਪਨ ਦੇ, ਦੁਆਦਸ ਬਰਖ ਪੜਾ ਨਾ ਗੁੜਿਓ, ਜੜ ਨਾ ਪੜ੍ਹਿਆ ਨਾ ਕੁਛ ਸਮਝਿਆ। 12 ਸਾਲ ਬਾਲਪਨ ਬੀਤੇ ਆ ਨਾ। ਉਹ ਜਿਹੜੇ ਨੇ ਜੇ 12 ਸਾਲ ਦੇ ਵਿੱਚ ਪੜ੍ਹ ਲਿਆ ਨਾ, ਬਸ ਉਹ ਲਾਈਨ ਫਿਰ ਬਦਲਦਾ ਹੀ ਨਹੀਂ ਹੈ। ਭਗਤ 12 ਸਾਲ ਤੇ ਥੱਲੇ ਦੇ ਹੀ ਹੋਏ ਨੇ। 12 ਸਾਲ ਤੇ ਥੱਲੇ ਹੀ ਬਣ ਜਾਂਦਾ। ਜੇ ਬਣਨਾ ਹੁੰਦਾ ਲਾਈਨ ਬਦਲ ਲੈਂਦਾ। ਜੇ ਵਿਚਾਲੇ 12 ਸਾਲ ਦੇ ਬਾਅਦ ਵਿਗੜ ਵੀ ਜਾਵੇ ਕਿਤੇ, ਫਿਰ ਠਿਕਾਣੇ ਆ ਸਕਦਾ। ਪਹਿਲੇ 12 ਸਾਲ ਬਹੁਤ ਇੰਪੋਰਟੈਂਟ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਪਹਿਲੇ ਬਚਪਨ ਦੇ 12 ਸਾਲ। ਉਹ ਬਚਪਨ 'ਚ ਉਹਦੀ ਰੁਚੀ ਕੀ ਹੈ ਸਵਾਲ ਸੀ। ਉਹ ਰੁਚੀ ਆਈ ਹੋਈ ਹੁੰਦੀ ਹੈ ਨਾਲ, ਉਹਦੇ ਸੁਭਾਅ 'ਚ ਆਈ ਹੋਈ ਹੈ ਉਹ ਰੁਚੀ ਬਚਪਨ 'ਚ। ਉਹਦਾ ਉਹੋ ਜਿਹਾ ਖੇਡਣ ਦਾ ਕਿਸੇ ਦਾ ਜੀ ਕਰਦਾ, ਕਿਸੇ ਦਾ ਕਿਸੇ ਕੰਮ ਜੀ ਕਰਦਾ, ਕਿਸੇ ਦਾ ਕਿਸੇ ਕੰਮ ਜੀ ਕਰਦਾ। 12 ਸਾਲ ਦਾ ਕਹਿੰਦਾ ਪੜ੍ਹਿਆ ਹੀ ਨਹੀਂ ਤੂੰ। ਦੁਆਦਸ ਬਰਖ ਪੜਾ ਨਾ ਗੁੜਿਓ, ਜੜ ਜੋ ਪੜ੍ਹਿਆ ਉਹਨੂੰ ਫਿਰ ਤਾਂ ਹਿਰਦੇ 'ਚ ਵਸਾਇਆ ਨਹੀਂ, ਗੁੜਿਆ ਨਹੀਂ, ਸਮਝਿਆ ਨਹੀਂ ਉਹਨੂੰ ਵੀ ਉਹਦੇ 'ਚ ਕੀ ਉਹਦਾ ਲਾਭ ਹੈ, ਕੀ ਹਾਨੀ। ਗੁੜਨਾ ਹੁੰਦਾ ਪੱਥਰ 'ਤੇ ਜਿਵੇਂ ਲਿਖੀ ਤਾਂ ਐਂ ਲਿਖ ਲੈਣਾ ਹਿਰਦੇ 'ਤੇ। ਗੂੜੀ ਸਿਆਹੀ ਨਾਲ ਆਪਾਂ ਲਿਖਦੇ ਹਾਂ ਨਾ, ਗੂੜੀ ਸਿਆਹੀ ਨਾਲ। ਜੇ ਫਿੱਕੀ ਜਿਹੀ ਸਿਆਹੀ ਨਾਲ ਲਿਖ ਲਵੇ ਪਾਣੀ ਜੇ ਨਾ, ਉਹ ਤਾਂ ਛੇਤੀ ਦੇ ਕੇ ਮਿਟ ਜਾਂਦਾ, ਉੜ ਜਾਂਦੇ ਨੇ ਅੱਖਰ। ਗੂੜਾ ਲਿਖਣਾ, ਗੂੜੀ ਸਿਆਹੀ ਨਾਲ।
ਗੁੜਿਓ ਸੁਭਾਅ ਦੇ ਵਿੱਚ ਵਸਾ ਲੈਣਾ ਮਨ 'ਚ। ਨਾ 12 ਸਾਲ ਪੜ੍ਹਿਆ ਨਾ ਗੁੜਿਆ ਨਾ ਰਾਜੀਵ ਲੋਚਨ ਨਾਹਿਨ ਪਾਏ। ਹੈ ਰਾਜੀਵ ਲੋਚਨ ਨਾਹਿਨ ਪਾਏ। ਹਾਂ, ਉਹ ਜਿਹੜੇ ਹਿਰਦਾ ਰਾਜੀਵ ਕਹਿੰਦੇ ਨੇ, ਜਿਹੜਾ ਕਮਲ ਹੈ ਨਾ ਉਹਨੂੰ ਰਾਜੀਵ ਕਹਿੰਦੇ ਨੇ। ਕਮਲ ਹਿਰਦਾ, ਕਮਲ ਖਿੜਿਆ ਹੋਇਆ ਜਿਹੜਾ ਹੈ ਨਾ ਹਿਰਦਾ, ਖਿੜੇ ਹੋਏ ਕਮਲ ਨੂੰ ਰਾਜੀਵ ਕਹਿੰਦੇ ਨੇ। ਜੇ ਖਿੜੂਗਾ ਕਮਲ ਉਹ ਅੱਖ ਖੁੱਲਦੀ ਹੈ। ਅਸਲ 'ਚ ਜਿਹੜੀ ਅੱਖ ਹੈ ਨਾ, ਜੇ ਆਪੇ ਨੂੰ ਖੋਲਾਂਗੇ ਅੱਖ ਬੰਦ ਹੈ ਤਾਂ ਇਹ ਡੋਡੀ ਹੈ ਜਿਹੜੀ ਉਹ ਹੁੰਦਾ ਨਾ ਫੁੱਲ ਪਹਿਲਾਂ ਡੋਡੀ ਹੁੰਦੀ ਹੈ ਨਾ, ਇਕੱਠਾ ਹੋਇਆ ਅੱਖ ਖੁੱਲ੍ਹ ਗਈ ਤਾਂ ਦੀਦਾ ਬਾਹਰ। ਐਵੇਂ ਜਦ ਮਨ ਖਿੜਿਆ ਤਾਂ ਉਹ ਲੋਚਨ ਖੁੱਲ੍ਹਦਾ, ਮਨ ਖਿੜਿਆ ਹਰਿਆ ਬਾਹਰ। ਰਾਜੀਵ ਲੋਚਨ ਨਾਹਿਨ ਪਾਏ। ਉਹ ਨਹੀਂ, ਅੱਖ ਨਹੀਂ ਖੁੱਲ੍ਹੀ ਅੰਦਰਲੀ ਅੱਖ ਤਾਂ ਖੁੱਲ੍ਹੀ ਹੋਣੀ। ਜੇ ਪੜ੍ਹਦਾ ਧਰਮ ਔਰ ਗੁੜਦਾ ਤਾਂ ਅੱਖ 12 ਸਾਲ 'ਚ ਖੁੱਲ੍ਹ ਜਾਂਦੀ। ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇੱਧਰ ਨੂੰ ਜਾਣਾ, ਇੱਧਰ ਨੂੰ ਨਹੀਂ ਜਾਣਾ। ਦੁਨਿਆਵੀ ਕੰਮ ਵੀ ਕਰਨੇ ਨੇ, ਦੁਨਿਆਵੀ ਲੋੜਾਂ ਨੇ ਵਧਾਉਣੀਆਂ ਨਹੀਂ। ਪਹਿਲਾਂ ਲੋੜਾਂ ਵਧਾ ਲਈਆਂ ਨਾ, ਕਾਮਨਾ ਕ੍ਰੋਧ ਉੱਪਰ, ਕਾਮ ਕ੍ਰੋਧ ਅਨੇਕ ਕਮਾਏ। ਹਾਂ, ਜੇ 12 ਸਾਲ ਪਹਿਲਾਂ ਸਮਝ ਲੈਂਦਾ ਤਾਂ ਉਹ ਕਮਾਈ ਨਹੀਂ ਸੀ ਕਰਦਾ। ਉਹ ਪਿਛਲੇ ਸਪਈਏ ਦਾ ਇੱਥੇ ਲਿਆ ਕੇ ਕੀਤਾ। ਜੇ ਐਂ ਕਰਦਾ ਫਿਰ ਨਹੀਂ ਸੀ ਉਹ ਕਰਨਾ ਤੈਂ ਕੰਮ। ਹਾਂ, ਲਾਜ ਵਿਹੀਨ ਅਧੀਨ ਗਏ ਜਮ, ਅੰਤ ਕੋ ਨਾਂਗੇ ਹੀ ਪਾਏ ਸਧਾਏ। ਲਾਜ ਵੀ ਜਿਹਦੀ ਦੁਨੀਆ 'ਚ ਇੱਜ਼ਤ ਨਹੀਂ, ਉਹਦੀ ਜਮ ਨੇ ਕੀ ਇੱਜ਼ਤ ਕਰਨੀ ਹੈ। ਲਾਜ ਵਿਹੀਨ ਅਧੀਨ ਗਏ ਜਮ, ਅਧੀਨ ਗਏ ਜਮ, ਅੰਤ ਕੋ ਨਾਂਗੇ ਹੀ ਪਾਏ ਸਧਾਏ। ਅਧੀਨ ਹੈ, ਕਾਹਦੇ ਅਧੀਨ ਹੈ? ਕਾਮਨਾ ਅਧੀਨ ਹੈ। ਉਹ ਕਾਮਨਾ ਅਧੀਨ ਹੈ। ਅਧੀਨ ਗਏ ਜਮ, ਜਿਹੜਾ ਕਾਮਨਾ ਅਧੀਨ ਨੂੰ ਜਮ ਗ੍ਰਿਫਤ 'ਚ ਲੈਂਦਾ। ਜਮ ਦੇ ਅਧੀਨ ਨਹੀਂ, ਕਾਮਨਾ ਅਧੀਨ ਹੈ। ਅਧੀਨ ਗਏ ਜਮ। ਲਾਜ ਵਿਹੀਨ ਅਧੀਨ ਗਏ ਜਮ, ਅੰਤ ਕੋ ਨਾਂਗੇ ਹੀ ਪਾਏ ਸਧਾਏ। ਅੰਤ ਕੋ ਨਾਂਗੇ ਹੀ ਪਾਏ ਸਧਾਏ। ਕਾਹੇ ਕੋ ਬਸਤਰ ਧਰੋ ਭਗਵੇ ਮੁਨ, ਤੇ ਸਭ ਪਾਵਕ ਬੀਜ ਜਲੈਗੀ। ਉਹ ਜਿਹੜੇ ਭਗਵਾਨ ਕੱਪੜੇ ਪਾਈ ਜਾਂਦੇ ਹੋ, ਤੁਸੀਂ ਜਿੱਦ ਕਰਦੇ ਹੋ ਭਗਵੇਂ ਕੱਪੜੇ ਹੀ ਪਾਉਣੇ ਨੇ ਜ਼ਰੂਰ। ਕਿਉਂ ਪਾਉਂਦੇ ਹੋ? ਅੰਤ ਨੂੰ ਇਹ ਅੱਗ 'ਚ ਜਲ ਜਾਣੇ ਨੇ। ਭਗਵੇਂ ਕੱਪੜੇ ਧਰਮ ਦੀ ਨਿਸ਼ਾਨੀ ਨਹੀਂ ਹੈ। ਧਰਮ ਕੋਈ ਕੱਪੜੇ ਪਾ ਕੇ ਧਾਰਮਿਕ ਬਣਨਾ, ਜੇ ਆਦਮੀ ਨੇ ਮੰਨ ਲਿਆ ਵੀ ਮੈਂ ਧਾਰਮਿਕ ਹਾਂ, ਇਹ ਉਹਦਾ ਭੁਲੇਖਾ। ਹਾਂ, ਤੁਹਾਡੀ ਇੱਕ ਆਪਣੀ ਅੱਡ ਪਛਾਣ ਹੋ ਸਕਦੀ ਹੈ, ਜੇ ਤਾਂ ਤੁਸੀਂ ਉਹਨੂੰ ਅੱਡ ਪਛਾਣ ਮੰਨਦੇ ਹੋ। ਧਰਮ ਇਦੋਂ ਕੁਛ ਗਾਹਾਂ ਦੀ ਗੱਲ ਹੈ, ਧਰਮ ਦੀ ਕਮਾਈ ਗਾਹਾਂ ਦੀ ਗੱਲ ਹੈ। ਤਾਂ ਪਛਾਣ ਸਕੂਲ ਹੈ, ਵਰਦੀ ਪਾ ਕੇ ਜਾਣਾ। ਜੇ ਪੜ੍ਹਨਾ ਨਹੀਂ ਸਕੂਲ ਜਾ ਕੇ, ਵਰਦੀ ਕੀ ਕਰੂਗੀ ਤੇਰੀ? ਵਰਦੀ ਤਾਂ ਚਾਹੇ ਘਰ ਵੀ ਪਾ ਰੱਖ, 24 ਘੰਟੇ ਪਾ ਰੱਖ, ਫਿਰ ਸਕੂਲ ਜਾਣ ਦੀ ਕੀ ਲੋੜ ਹੈ? ਹੁਣ ਇਹੀ ਹੈ, ਅੰਮ੍ਰਿਤ ਛਕਾਤਾ, ਕਿਰਪਾਨ ਪਾਤੀ, ਵਰਦੀ ਪਾਤੀ, ਸਕੂਲ ਜਾਣ ਦੀ ਲੋੜ ਨਹੀਂ। ਸਿੱਖ ਬਣ ਗਿਆ, ਗੁਰੂ ਵਾਲਾ ਹੋ ਗਿਆ, ਸਰਟੀਫਿਕੇਟ ਦੇ ਦਿੱਤਾ, ਗੁਰੂ ਵਾਲਾ ਹੋ ਗਿਆ। ਕਿੱਡਾ ਬੜਾ ਭੁਲੇਖਾ ਪੈਦਾ ਕਰਤਾ। ਆਹ ਕੀ ਕਿਹਾ ਹੋਇਆ ਸੀ? ਉਹ ਦੂਜਿਆਂ ਨੂੰ ਕਿਹਾ ਸੀ। ਜੇ ਆ ਜਦੋਂ ਲਿਖਿਆ ਗਿਆ ਨਾ ਸਵਈਆ, ਉਦੋਂ 99 ਤੋਂ ਪਹਿਲਾਂ ਦਾ ਲਿਖਤਾ ਹੈ, 1699 ਤੋਂ ਪਹਿਲਾਂ ਦੀ ਲਿਖਤਾ ਹੈ। ਉਹ ਦੂਜਿਆਂ ਨੂੰ ਜੇ ਲਿਖਿਆ, ਸਾਡੇ 'ਤੇ ਵੀ ਲਾਗੂ ਹੈ। ਸਾਰੀ ਗੁਰਬਾਣੀ ਉਹ ਖਿਲਾਫ ਹੈ। ਭੇਖ ਤੇ ਭੇਖ ਨਹੀਂ ਹੈ, ਸਾਡੇ ਵਰਦੀ ਹੈ, ਭੇਖ ਨਹੀਂ ਕੋਈ। ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਬੈਠੇ ਨੇ, ਕਿਸੇ ਦੇ ਭੇਖ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਤਾਂ ਇੱਕ ਭੇਖ ਹੁੰਦਾ। ਉਹ ਤਾਂ ਹੀ ਕਹਿੰਦੇ ਇਹਨਾਂ ਦੀ ਬਾਣੀ ਕੱਢੋ ਦੁਆਿਆਂ ਦੀ ਵਿੱਚੋਂ, ਗੁਰੂ ਦੀ ਰੱਖ ਲਓ, ਤਾਂ ਕਿ ਕੋਈ ਭੇਖ ਅੱਡਰਾ ਹੋ ਜਾਏ। ਵੱਖਰੀ ਗੱਲ ਕੋਈ। ਇੱਕ ਤਾਂ ਸਾਰੇ ਇਕੱਠੇ ਨੂੰ ਇਹਨਾਂ ਹਿੰਦੁਸਤਾਨ ਤੇ ਇਹਨਾਂ ਦੇ ਨਾਲ ਆ ਲੜਨਗੇ, ਯੂਪੀ ਵਾਲੇ ਵੀ ਆ ਲੜਨਗੇ, ਜਿੰਨੇ ਰਵਿਦਾਸ ਪੰਥੀ ਆ ਲੜਨਗੇ, ਇਕੱਠੇ ਹੋ ਜਾਣਗੇ, ਕਬੀਰ ਪੰਥੀ ਆ ਲੜਨਗੇ,
ਇਹ ਸਾਰਾ ਹਿੰਦੁਸਤਾਨ ਇਸ ਵਿਚਾਰਧਾਰਾ ਨੂੰ ਮੰਨ ਲੂਗਾ। ਇਸ ਕਰਕੇ ਉਹ ਆਏ ਸੀ ਜਿਹੜਾ ਰਣਧੀਰ ਸਿੰਘ ਅੰਦਰ ਆ ਪਾਪ ਸੀ, ਉਹਦੇ ਪਾਪ ਲੈ ਕੇ ਆਇਆ ਸੀ ਅੰਦਰ। ਅਕਾਲੀਆਂ ਨੂੰ ਕੀ ਲੋੜ ਸੀ? ਅਕਾਲੀਆਂ ਨੇ ਕੀ ਲੈਣਾ ਸੀ ਧਰਮ ਤੋਂ? ਉਹਨੂੰ ਤਾਂ ਗੋਲਕ ਤੇ ਕਬਜ਼ਾ ਕੀਤਾ ਸੀ, ਉਹਨਾਂ ਨੇ ਨਾਲ ਰਲਾ ਲਿਆ ਵੋਟਾਂ ਵਾਸਤੇ। ਉਹਨੇ ਜਦੋਂ ਸ਼ੁਰੂ ਕਰਦਾ ਵੀ ਇਹ ਬਾਹਰ ਕੱਢੋ ਇਹਨਾਂ ਨੂੰ, ਇਹ ਸੀ ਵੀ ਇਹ ਧਰਮ ਗਾਹਾਂ ਨਾ ਫੈਲ ਜਾਵੇ ਮਤ। ਵਾਹਿਗੁਰੂ ਤਾਂ ਹੀ ਕੀਤਾ ਵੀ ਬਾਣੀ ਪੜ੍ਹਨੀ ਛੜਾ ਦਿਓ, ਗੁਰਬਾਣੀ ਪੜ੍ਹਨੀ ਛੜਾ ਦਿਓ। ਬਹੁਤ ਅੰਦਰ ਪਾਪ ਸੀ। ਪਾਪ ਤਾਂ ਅਕਾਲੀਆਂ ਦੇ ਅੰਦਰ ਵੀ ਸੀ, ਜੇ ਅਕਾਲੀਆਂ ਨੂੰ ਪਤਾ ਸੀ ਇਸ ਗੱਲ ਦਾ, ਇਹ ਨਹੀਂ ਉਹਨਾਂ ਦੇ ਅੰਦਰ ਪਾਪ ਨਹੀਂ ਸੀ। ਅਜਾਇਦਾਰ ਬਣਾਏ, ਕਾਤਾ ਰੌਲੇ ਪਾਏ, ਕਾਹਦੇ ਪਾਏ? ਪੰਜਵਾਂ ਤਖਤ ਬਣਾਉਣ ਕਾਹਦੇ ਵਾਸਤੇ? ਵੀ ਅਸਲੀ ਪੰਥ ਨੂੰ ਖਤਮ ਕਰ ਦਈਏ। ਐਂ ਕਿ ਮੈਂ ਕਰ ਦਊਂਗੇ ਪੰਥ ਨੂੰ ਖਤਮ ਕਰਦੇ ਕਰਦੇ ਆਪੇ ਖਤਮ ਹੋ ਗਏ। ਗੁਰੂ ਦੇ ਜਿਹੜਾ ਪੰਥ ਸੀ ਉਹਨੂੰ ਮਿਟਾਉਂਦੇ ਬਣਾਉਂਦੇ ਆਪੇ ਹੀ ਮਿਟ ਗਏ, ਆਪੇ ਮਿਟ ਜਾਣਗੇ। ਕਿੰਨੇ ਰਾਹ ਨੇ ਆਪਣੇ ਆਪਣੇ। ਹੁਣ ਚੰਗਾ ਹੋ ਗਿਆ ਪੰਥ ਨਾ ਲਾਉਣ ਤੇ ਹੀ ਹਟ ਗਏ, ਨਾਲ ਵੋਟਾਂ ਤੇ ਵੀ ਪੰਜਾਬੀ ਪਾਰਟੀ ਬਣਾ ਲਈ, ਵਧੀਆ ਕੀਤਾ, ਚੰਗੀ ਗੱਲ ਹੈ ਪੰਥ। ਕਿਉਂਕਿ ਪੰਥ ਦਾ ਕੰਮ ਸਿਰਫ ਧਰਮ ਪ੍ਰਚਾਰ ਕਰਨਾ, ਏਕਤਾ ਕਾਇਮ ਕਰਨੀ ਹੈ ਸਾਰੀ ਦੁਨੀਆ ਦੀ, ਪ੍ਰਚਾਰ ਕਰਨਾ ਧਰਮ ਦਾ। ਪੰਥ ਦਾ ਕੰਮ ਤਾਂ ਇਹ ਹੈ। ਪੰਥ ਦਾ ਇੱਕ ਮਾਰਗ ਹੈ ਸੱਚਖੰਡ ਤੱਕ। ਐਸ ਮਿਰਤ ਲੋਕ ਚੋਂ ਸੱਚ ਜੀਵਨ ਕਿਵੇਂ ਹੋਊਗਾ, ਖਹਿੜਾ ਕਿਵੇਂ ਛੁੱਟੂਗਾ ਆਦਮੀ ਦਾ? ਆਦਮੀ ਸਾਰੇ ਆਦਮੀ ਹੋਣੇ, ਜੰਮਣ ਮਰਨ ਚੋਂ ਖਹਿੜਾ ਕਿਵੇਂ ਛੁੱਟੂਗਾ? ਇੱਥੇ ਰਹਿਣਾ ਹੋਇਆ ਵੀ ਸੁੱਖ, ਲੋਕ ਸੁਖੀ ਪਰ ਲੋਕ ਸਹੇਲੇ ਵਾਲੀ ਜਿਹੜੀ ਥਿਊਰੀ ਹੈ, ਇਹਨੂੰ ਸਮਝਾਉਣਾ ਇਸ ਤਰੀਕੇ ਨਾਲ, ਇਸ ਲੋਕ ਦੇ ਵਿੱਚ ਵੀ ਤੂੰ ਸੁਖੀ ਔਰ ਪਰਲੋਕ ਸੁਹੇਲਾ ਹੋ ਜਾਏਗਾ। ਇਹ ਗੱਲ ਸਮਝਾਉਣੀ ਹੈ, ਇਹ ਸਾਰਿਆਂ ਨੂੰ ਸਮਝਾਉਣੀ ਹੈ। ਕੋਈ ਰਾਜ ਕਿਤੇ ਤੱਕ ਹੋਵੇ, ਕਿਤੇ ਤੱਕ ਨਾ ਹੋਵੇ, ਸਾਡਾ ਉਹਦੇ ਨਾਲ ਰਾਜ ਨਾਲ ਕੀ ਮਤਲਬ? ਰਾਜ ਦੀਆਂ ਹੱਦਾਂ ਦੇ ਨਾਲ ਧਰਮ ਦਾ ਕੀ ਮਤਲਬ? ਧਰਮ ਆਪਣਾ ਕੰਮ ਕਰਦਾ ਰਹੇ, ਰਾਜ ਆਪਣਾ ਕੰਮ ਕਰਦਾ ਰਹੇ। ਰਾਜਾ ਨੂੰ ਰਾਏ ਦਿੱਤੀ ਜਾ ਸਕਦੀ ਹੈ ਵੀ ਭਾਈ ਰਾਜਾ ਨੇ ਨਿਉ ਦੀ ਚੂੜੀ ਦੇਖੋ ਨਾ, ਜਦ ਕਸਮ ਖਾਂਦੇ ਨੇ ਸੰਵਿਧਾਨ ਦੀ ਖਾਂਦੇ ਨੇ, ਸੰਵਿਧਾਨ ਦੇ ਵਿੱਚ ਤਾਂ ਸਾਰਿਆਂ ਦੇ ਚੰਗਾ ਹੀ ਲਿਖਿਆ ਹੈ, ਮਾੜਾ ਕੋਈ ਵੀ ਸੰਵਿਧਾਨ ਨਹੀਂ ਹੈ। ਜੇ ਤੁਸੀਂ ਸੰਵਿਧਾਨ ਦੀ ਕਸਮ ਖਾਂਦੇ ਹੋ, ਕਸਮ ਤੇ ਪੂਰੇ ਰਹੋ, ਪੂਰੇ ਉਤਰੋ, ਇਹੀ ਕਿਹਾ ਜਾ ਸਕਦਾ ਉਹਨਾਂ ਨੂੰ। ਜੇ ਨਹੀਂ ਉਤਰਦੇ, ਜਿਹੜੇ ਵੋਟਾਂ ਦਿੰਦੇ ਨੇ ਉਹ ਜਾਣਨ, ਆਪਾਂ ਨੇ ਕੀ ਲੈਣਾ? ਵੋਟਾਂ ਲੈ ਕੇ ਜਿਹੜੇ ਬਣਾਉਂਦੇ ਨੇ, ਵੋਟਾਂ ਦੇਣ ਵਾਲੇ ਜਾਣਨ, ਉਹ ਜਾਣਨ ਨਾ, ਗਾਹਾਂ ਨੂੰ ਨਹੀਂ ਬਣਾਉਣਗੇ। ਆਪਾਂ ਇਹ ਚੱਕਰ 'ਚ ਕਿਉਂ ਪਈਏ? ਸਾਨੂੰ ਕੀ ਲੋੜ ਹੈ ਚੱਕਰ 'ਚ ਪੈਣ ਦੀ? ਹਾਂਜੀ, ਕਾਹੇ ਕੋ ਬਸਤਰ ਧਰੋ ਭਗਵੇ ਮੁਣ, ਤੇ ਸਭ ਪਾਵਕ ਬੀਜ ਜਲੈਗੀ। ਓਏ ਬਸਤਰ ਭਗਵੇਂ ਜਿਹੜੇ ਪਾਉਂਦੇ ਹੋਏ ਤਾਂ ਤੁਹਾਡੇ ਅੱਗ 'ਚ ਜਲ ਜਾਣੇ ਨੇ। ਉਹ ਜਿਹਨੇ ਉਹ ਕਿਹਾ ਸੀ ਇੱਥੇ ਜਲ ਜਾਣਾ, ਇਹ ਗਾਤਰਾ ਵੀ ਇੱਥੇ ਜਲ ਜਾਣਾ, ਇਹ ਵੀ ਉਰੇ ਜਲਣ ਵਾਲਾ ਹੀ ਹੈ। ਇਹ ਲੋਹੇ ਦੀ ਤਲਵਾਰ ਵੀ ਨਹੀਂ ਨਾਲ ਜਾਣੀ ਤੁਹਾਡੀ, ਨਾਲ ਗਿਆਨ ਖੜਕ ਜਾਊਗੀ, ਵਿਵੇਕ ਬੁੱਧੀ ਜਾਊਗੀ ਨਾਲ, ਜੇ ਲੈ ਕੇ ਜਾਣੀ ਹੈ। ਆਹ ਕੋਈ ਨਹੀਂ ਜਾਣੀ ਜਿਹੜੀ ਐਵੇਂ ਦੋ ਤਲਵਾਰਾਂ ਪਾਈ ਫਿਰਦੇ ਹੋ ਤੁਸੀਂ। ਰੌਲਾ ਪਾਤਾ, ਦੋ ਤਲਵਾਰਾਂ ਲੋਹੇ ਦੀਆਂ ਪਾਈਆਂ, ਉਹ ਪਾਈਆਂ, ਫਲਾਨਾ ਪਾਇਆ। ਕਿੰਨਾ ਝੂਠ ਬੋਲਿਆ ਤੁਸੀਂ। ਕੀ ਜਵਾਬ ਦਓਗੇ ਹੁਣ ਤੁਸੀਂ? ਜਵਾਬ ਹੈ ਹੀ ਨਹੀਂ, ਦੇਣਗੇ ਵਿਚਾਰੇ ਕੀ। ਪਾਪ ਕਮਾਏ ਸੀ, ਸਾਹਮਣੇ ਆ ਗਏ ਪਾਪ। ਜਿੰਨੇ ਪਾਪ ਕਮਾਏ ਤੇ ਸਾਰੇ ਸਾਹਮਣੇ ਆ ਗਏ। ਜਿਹਨੇ ਕਮਾਏ ਨੇ ਸਭ ਦੇ ਸਾਹਮਣੇ ਆ ਜਾਣੇ। ਜਿੰਨਾ ਮਰਜ਼ੀ ਲਗੋ ਕੇ ਰੱਖ ਲਓ, ਪਾਪ ਤਾਂ ਨੰਗੇ ਹੋਏ ਜਾਂਦੇ ਹੁੰਦੇ। ਸਭ ਪਾਪ ਨੰਗੇ ਹੋ ਗਏ। ਹਾਂਜੀ, ਕਿਉਂ ਰੀਤ ਚਲਾਵਤ ਹੋ, ਦਿਨ ਦਵੈਗ ਚਲੇ ਸਭ ਦਾਣਾ ਚਲੇਗੀ। ਉਹ ਕਾਹਦੀ ਰੀਤ ਚਲਾਉਣੇ ਹੋ ਤੁਸੀਂ? ਇਹ 2 ਦਿਨ ਚੱਲੂ, ਇਹ ਤਾਂ ਲੱਖਾਂ ਸਾਲ ਦੀਆਂ, ਕਰੋੜਾਂ ਸਾਲ ਦੀ ਸ੍ਰਿਸ਼ਟੀ ਦੀ ਉਮਰ ਹੁੰਦੀ ਹੈ, ਚੱਲਦੀ ਰਹਿੰਦੀ ਹੈ।
ਇਹ 2-4 ਦਿਨ ਚੱਲਦੀਆਂ ਨੇ ਇਹੋ ਜਿਹੀਆਂ ਰੀਤਾਂ ਭੇਖਾਂ ਦੀਆਂ। ਕਈ ਇੱਥੇ ਧਰਮ ਆਏ, ਕਈ ਚਲੇ ਗਏ। ਕਈ ਵਾਰ ਤਾਂ ਸਾਡੀ ਗੁਰਮਤਿ ਪ੍ਰਗਟ ਹੋ ਕੇ ਫੇਲ ਹੋ ਜਾਂਦੀ ਹੈ। ਆ ਦੇਖ ਨਾ, ਦੱਤਾਤਰੇయ ਨੇ ਚਲਾਈ ਸੀ, ਆ ਜਦ ਆ ਹੋਇਆ ਨਾ, ਆ ਲਿਖਦੇ ਨੇ ਪਿੱਛੋਂ ਆ ਕੁਛ ਹੋ ਗਿਆ ਸੀ, ਭੇਖ ਰਹਿ ਗਿਆ ਸੀ। ਦੱਤਾਤਰੇయ ਦੇ ਬਾਅਦ ਆਹੀ ਰਹਿ ਗਿਆ ਸੀ। ਉਹਨਾਂ ਨੂੰ ਕਿਹਾ ਜਿਹੜੇ ਪਿੱਛੋਂ ਸਿਰਫ ਭੇਖ ਵਾਲੇ ਰਹੇ। 10 ਪਾਤਸ਼ਾਹ ਦੇ ਬਾਅਦ ਅਸੀਂ ਭੇਖ ਵਾਲੇ ਹੀ ਹਾਂ, ਹੋਰ ਕੀ ਹਾਂ? ਅਸੀਂ ਕੀ ਹਾਂ? ਕੀ ਕਰਦੇ ਹਾਂ? ਉਹੀ ਘੋੜੇ, ਉਹੀ ਬਾਟੇ ਵੱਜੀ ਜਾਓ, ਲੰਗਰ ਪਕਾਈ ਜਾਓ, ਛਕੀ ਜਾਓ। ਹੁਣ ਇਹ ਕਾਹਦੇ ਵਾਸਤੇ ਨੇ? ਉਦੋਂ ਤਾਂ ਜੰਗ ਦਾ ਖਤਰਾ ਸੀ, ਅਗਲੇ ਕਹਿੰਦੇ ਸੀ ਇਹਨੂੰ ਮਿਟਾ ਦਿਓ ਮੁਸਲਮਾਨ। ਅੱਜ ਤਾਂ ਮੁਸਲਮਾਨਾਂ ਤੋਂ ਸਾਨੂੰ ਕੋਈ ਖਤਰਾ ਨਹੀਂ ਹੈ। ਅੱਜ ਉਹ ਸੌਦਾ ਹੈ ਨਹੀਂ, ਜਿਹੜੇ ਸੌਦੇ ਨੂੰ ਖਤਰਾ ਸੀ ਨਾ, ਉਹ ਤਾਂ ਹੈ ਨਹੀਂ ਤੁਹਾਡੇ ਕੋਲ। ਸਿੱਖੀ ਨੂੰ ਖਤਰਾ ਸੀ ਵੀ ਸਿੱਖੀ ਦਾ ਪ੍ਰਚਾਰ ਨਹੀਂ ਹੋਣ ਦੇਣਾ, ਉਹ ਤਾਂ ਹੈ ਹੀ ਨਹੀਂ ਸਾਡੇ ਕੋਲ। ਤੇ ਵਰਸ਼ੇ ਕਾਹਦੇ ਵਾਸਤੇ ਨੇ? ਇੱਕ ਦੂਏ ਦੇ ਢਿੱਡ 'ਚ ਦੇਣ ਨੂੰ ਨੇ। ਬੰਦੂਕਾਂ ਕਾਹਦੇ ਵਾਸਤੇ ਨੇ? ਇੱਕ ਦੂਏ ਤੇ ਫਾਇਰ ਕਰਨ ਨੂੰ ਨੇ। ਗੋਲਕ ਵਾਸਤੇ। ਮੱਤ ਮਾਰੀ ਗਈ, ਮਾਇਆ ਮੱਤ ਮਾਰੇ ਦਿੰਦੀ ਹੁੰਦੀ ਹੈ। ਜਦੋਂ ਬਾਣੇ ਨੂੰ ਇਹ ਸਭ ਕੁਛ ਮੰਨ ਲਈਏ ਨਾ, ਫਿਰ ਮੱਤ ਮਾਰੀ ਗਈ ਸਮਝੋ। ਬਾਣੀ ਪਹਿਲਾਂ, ਬਾਣਾ ਬਾਅਦ 'ਚ। ਬਾਣਾ ਤਾਂ ਆਇਆ 10 ਪਾਤਸ਼ਾਹ ਨੇ ਦਿੱਤਾ, ਗੁਰਬਾਣੀ ਤਾਂ ਪਹਿਲਾਂ ਸਾਡੇ ਕੋਲ। ਬਾਣੇ ਦਾ ਆਧਾਰ ਨਹੀਂ ਕਹਿੰਦੇ, ਬਾਣਾ ਬਾਅਦ 'ਚ। ਹਾਂ, ਬਾਣੀ ਆਧਾਰ ਹੈ ਸਾਡਾ, ਬਾਣਾ ਆਧਾਰ ਨਹੀਂ ਹੈ। ਬਾਣਾ ਤਾਂ ਰਕਸ਼ਕ ਹੈ। ਜਿਹੜੇ ਇਸ ਪੰਥ ਨੂੰ ਮਿਟਾ ਦੇਣਾ ਚਾਹੁੰਦੇ ਨੇ, ਉਹਨਾਂ ਵਾਸਤੇ ਰੱਖਿਆ। ਇਹ ਪੰਥ ਮਿਟਣ ਨਹੀਂ ਦੇਣਾ। ਜੇ ਪੰਥੇ ਹੈ ਨਹੀਂ ਤਾਂ ਮਿਟਾਉਣੇ ਵਾਲੀ ਗੱਲ ਕਿਹੜੀ ਹੈ? ਮਿਟਾ ਤਾਂ ਫਿਰ ਅਸੀਂ ਆਪੇ ਰਹੇ। ਉਹ ਬੈਂਕ ਦੇ ਵਿੱਚ ਦਵਾਨੀ ਹੈ ਹੀ ਨਹੀਂ। ਬੰਦੂਕਾਂ ਕਾਹਦੇ ਵਾਸਤੇ ਆਲੇ ਦੁਆਲੇ ਪਹਿਰੇ ਲਾਏ ਨੇ? ਕੋਈ ਖਤਰਾ ਨਹੀਂ ਇਸ ਧਰਮ ਨੂੰ। ਹੁਣ ਦੁਨੀਆ ਚਾਹੁੰਦੀ ਹੈ, ਇਹ ਦੱਸੋ ਸਾਨੂੰ। ਦੱਸਣ ਵਾਲਾ ਕੋਈ ਹੈ ਨਹੀਂ। ਜਦੋਂ ਦੁਨੀਆ ਚਾਹੁੰਦੀ ਹੈ, ਦੱਸਣ ਵਾਲਾ ਕੋਈ ਨਹੀਂ। ਜਦ ਦੁਨੀਆ ਨੂੰ ਚਾਹੁੰਦੀ ਨਹੀਂ ਸੀ, ਉਦੋਂ ਸਾਨੂੰ ਦੱਸਦੇ ਸੀ, ਦੱਸਣ ਵਾਲੇ ਸੀ। ਉਦੋਂ ਦੁਨੀਆ ਨਹੀਂ ਸੀ ਚਾਹੁੰਦੀ, ਉਦੋਂ ਦੁਨੀਆ ਮਿਟਾਉਣ ਵਾਲੀ ਸੀ। ਸਾਨੂੰ ਡਿਫੈਂਸ ਵਾਸਤੇ ਤਲਵਾਰਾਂ ਪਾਉਣੀਆਂ ਪਈਆਂ, ਘੋੜੇ ਵੀ ਰੱਖਣੇ ਪਏ। 6ਵੇਂ ਪਾਤਸ਼ਾਹ ਨੂੰ ਜੰਗਾਂ ਵੀ ਕਰਨੀਆਂ ਪਈਆਂ, 10ਵੇਂ ਪਾਤਸ਼ਾਹ ਨੂੰ ਫਿਰ ਹਥਿਆਰ ਉਠਾਉਣੇ ਪਏ। ਉਦੋਂ ਮਿਟਾਉਣ ਵਾਲੇ ਸੀ। ਅੱਜ ਮਿਟਾਉਣ ਵਾਲਾ ਕੋਈ ਨਹੀਂ ਹੈ। ਅੱਜ ਲੋੜ ਹੈ ਦੱਸਣ ਵਾਲਿਆਂ ਦੀ, ਲੋੜ ਹੈ। ਫਿਰ 10 ਪਾਤਸ਼ਾਹ ਕਹਿੰਦੇ ਆਪ ਲੜੂ ਨਾ ਫੌਜ ਲੜਾਊ। ਉਹ ਕਿੱਥੇ ਗਿਆ ਬਈ? ਫੌਜ ਦੀ ਕੀ ਲੋੜ ਹੈ? ਫਿਰ ਲੜਨ ਵਾਲੀ ਫੌਜ ਦੀ ਲੋੜ ਨਹੀਂ ਹੈ। ਆ ਜਿਹੜੀ ਤਲਵਾਰਾਂ ਨਾਲ, ਬਰਛਿਆਂ ਨਾਲ, ਬੰਦੂਕਾਂ ਨਾਲ ਲੜਨ ਵਾਲੀ ਫੌਜ ਦੀ ਲੋੜ ਨਹੀਂ। ਗਿਆਨ ਦੀ ਲੜਾਈ ਲੜਨ ਵਾਲੀ ਲੋੜ ਹੈ। ਗਿਆਨ ਦੀ ਲੜਾਈ ਲੜਨ ਦੀ ਲੋੜ ਹੈ। ਆਪ ਲੜੂ ਨਾ ਫੌਜ ਲੜਾਊ। ਭੱਟ ਵੀਰਨ ਸੰਗ ਵੀਰ ਕੀ ਨੇ? ਗਿਆਨ ਦੀ ਲੜਾਈ ਲੜਨ ਵਾਲੇ ਵੀਰ ਨੇ। ਗਿਆਨ ਦੀ ਲੜਾਈ ਲੜਨ ਵਾਲੀ ਲੋੜ ਹੈ। ਗਿਆਨ ਦੀ ਲੜਾਈ ਲੜੋ। ਜਿਹੜਾ ਗਿਆਨ ਦੀ ਲੜਾਈ ਲੜਦਿਆਂ ਤੇ ਹਮਲਾ ਕਰੂਗਾ, ਉਹਦੇ ਵਾਸਤੇ ਹਥਿਆਰ ਨੇ। ਇਹ ਗਿਆਨ ਦੀ ਲੜਾਈ ਦਾ ਮੂੰਹ ਬੰਦ ਕਰੂਗਾ, ਫਿਰ ਤਾਂ ਚਲੋ ਅਸੀਂ ਤਲਵਾਰ ਦੇ ਮੁੱਠੇ ਤੇ ਹੱਥ ਜਾ ਸਕਦਾ। ਉਹ ਵੀ ਜੇ ਨਾ ਮੰਨੇ ਉਹ ਬਿਲਕੁਲ। ਜਿਵੇਂ ਇਹਨਾਂ ਦੇ ਉਲਟੇ ਅਰਥ ਕੀਤੇ ਨੇ ਮਹਾਂਪੁਰਖਾਂ ਨੇ। ਸਾਡੇ ਨੇ ਆਹ ਕਿਹਾ ਵੀ ਤੁਸੀਂ ਇਹ ਨਹੀਂ ਕਹਿ ਸਕਦੇ। ਦੱਸ ਦਿੰਦੇ ਤੁਹਾਨੂੰ, ਆ ਤੁਹਾਡੇ ਮਹਾਂਪੁਰਖਾਂ ਨੂੰ ਤਲਵਾਰਾਂ ਸਾਡੇ ਕੋਲ ਵੀ ਹੈਗੀਆਂ, ਗੋਲੀਆਂ ਸਾਡੇ ਕੋਲ ਵੀ ਹੈਗੀਆਂ। ਅਸੀਂ ਕਰਾਂਗੇ ਪ੍ਰਚਾਰ ਗੁਰਮਤਿ ਦਾ। ਹਟਾ ਕੇ ਦਿਖਾਓ ਤੁਸੀਂ। ਤੁਹਾਡੇ ਮਹਾਂਪੁਰਖਾਂ ਨੇ ਇਹ ਕਿਹਾ, ਤੁਸੀਂ ਦੱਸੋ ਵੀ ਕਿਉਂ ਕਿਹਾ? ਜਵਾਬ ਤੁਸੀਂ ਦਿਓ। ਤੁਸੀਂ ਜਵਾਬ ਦਿਓ, ਗਲਤ ਕਿਉਂ ਕਿਹਾ ਉਹਨਾਂ ਨੇ? ਜੇ ਉਹਨਾਂ ਨੇ ਗਲਤ ਰਾਹ ਪਾਤਾ, ਅਸੀਂ ਗਲਤ ਮੰਨੀ ਜਾਈਏ? ਅਸੀਂ ਨਹੀਂ ਮੰਨਦੇ ਗਲਤ। ਹਾਂ, ਸਾਡੇ ਨੂੰ ਗਲਤ ਸਾਬਤ ਕਰੋ, ਫਿਰ ਠੀਕ। ਤੁਸੀਂ ਕਹੋ ਵੀ ਉਹ ਠੀਕ ਕਹਿੰਦੇ, ਤੁਸੀਂ ਗਲਤ ਕਹਿੰਦੇ ਹੋ, ਇਹ ਤਾਂ ਹੋਈ ਨਾ ਗੱਲ। ਫਿਰ ਅਸੀਂ ਵਾਪਸ ਲਵਾਂਗੇ। ਜੇ ਤੁਸੀਂ ਕਹੋ ਵੀ ਜੋ ਗਲਤ ਕਹਿਤਾ ਉਹਨਾਂ ਨੇ ਉੱਥੇ ਹੀ ਚੱਲਣਾ, ਉੱਥੇ ਲੈ ਕੇ ਜਾਵਾਂਗੇ, ਤੁਹਾਨੂੰ ਸਿੱਧੇ ਪਾਸੇ ਜਾਣ ਨਹੀਂ ਦਿੰਦੇ, ਫਿਰ ਸਾਡੇ ਕੋਲ ਤਲਵਾਰਾਂ ਨੇ, ਫਿਰ ਕੰਮ ਹੋਣਗੀਆਂ। ਬਰਛੇ, ਤਲਵਾਰਾਂ, ਗੋਲੀਆਂ। ਫਿਰ ਸਰਕਾਰ ਵੀ ਸਾਡੇ ਨਾਲ ਹੈ। ਹੁਣ ਤਾਂ ਇਹਦੀ ਵੀ ਲੋੜ ਨਹੀਂ। ਹੁਣ ਤਾਂ ਕੋਰਟਾਂ, ਸਰਕਾਰ ਸਭ ਸਾਡੇ ਨਾਲ ਹੈ। ਸੱਚ ਦੇ ਨਾਲ ਸਰਕਾਰਾਂ ਖੜੀਆਂ ਨੇ।
ਝੂਠ ਨਾਲ ਕੋਈ ਸਰਕਾਰ ਨਹੀਂ ਹੋਣੀ ਹੈਗੀ, ਕੋਈ ਕੋਰਟ ਝੂਠ ਦੇ ਨਾਲ ਨਹੀਂ ਹੈ, ਧੱਕੇਸ਼ਾਹੀ ਨਾਲ ਕੋਈ ਸਰਕਾਰ ਨਹੀਂ ਹੈ ਹੁੰਦੀ। ਹਾਂਜੀ। ਕਾਲ ਕਰਾਲ ਕੀ ਰੀਤ ਮਹਾ ਇਹ, ਕਾਹੂ ਜਗੇਸ ਛਲੀ ਨਾ ਛਲੇਗੀ। ਕਾਲ ਕਰਾਲ ਦੀ ਰੀਤ ਹੈ, ਭਿਆਨਕ ਹੈ ਕਾਲ, ਇਹ ਨਹੀਂ ਛਲੀ ਜਾ ਸਕਦੀ, ਇਹ ਛੜਾਈ ਨਹੀਂ ਜਾ ਸਕਦੀ, ਛਲੇ ਨਾ ਛਲੇਗੀ। ਕਿੱਡਾ ਹੀ ਕੋਈ ਛੜੀ ਆ ਜਾਵੇ ਬਣ ਕੇ। ਛਲ ਕੀਤਾ ਲੋਕਾਂ ਨੇ ਗੁਰਮਤ ਨਾਲ, ਕਪਟ ਕੀਤਾ ਮਹਾਂਪੁਰਖ ਕਹਾ ਕੇ, ਝੂਠ ਬੋਲੇ ਨੇ, ਆਪਣੀ ਮੱਤ ਚਲਾਉਣ, ਆਪਣੀ ਮਰਿਆਦਾ ਚਲਾਉਣ ਵਾਸਤੇ ਬੜੇ ਬੜੇ ਪਲਾਨ ਬਣੇ ਨੇ, ਸਭ ਫੇਲ ਹੋ ਗਏ। ਮੇਰੇ ਦੇਖਦੀ ਬਣਿਆ 60 ਸਾਲ ਦੇ ਵਿੱਚ ਪਲਾਨ, ਅਸੀਂ ਚਲਾ ਕੇ ਦਿਖਾਵਾਂਗੇ ਆਪਣੀ ਮਰਿਆਦਾ। ਜੇ ਪਰਮੇਸ਼ਰ ਨਾ ਚਾਹੁੰਦਾ ਹੋਵੇ ਕਿਵੇਂ ਚੱਲ ਜੂਗੀ? ਇਹ ਤਾਂ ਜਦ ਮਰਜ਼ੀ ਪ੍ਰਗਟ ਹੋ ਜਾਵੇ ਸੱਚ। ਪਰਮੇਸ਼ਰ ਨਹੀਂ ਯਾਦ ਹੈਗਾ, ਉਹਦੀ ਤਾਕਤ ਯਾਦ ਨਹੀਂ ਹੈ। ਆਏ ਉੜ ਜਾਣੇ ਨੇ ਜਿਵੇਂ ਪਿੱਪਲ ਦੇ ਪੱਤੇ ਸੁੱਕੇ ਉੜ ਜਾਂਦੇ, ਹਵਾ ਦੇ ਬੁੱਲੇ ਚਾਹੇ ਉੜ ਜਾਣਗੇ ਸਾਰੇ। ਉੱਡੇ ਗਏ, ਉੱਡੇ ਗਏ, ਰਹਿ ਕੀ ਗਿਆ ਪੱਲੇ? ਕੁਛ ਵੀ ਨਹੀਂ ਪੱਲੇ। ਹਾਂਜੀ। ਕਾਲ ਕਰਾਲ ਕੀ ਰੀਤ ਮਹਾ ਇਹ, ਕਾਲ ਕਰਾਲ ਦੀ ਰੀਤ ਹੈ, ਪਰਮੇਸ਼ਰ ਦੀ ਰੀਤ ਹੈ, ਇਹ ਹੁਕਮ ਦੀ ਰੀਤ ਹੈ। ਕਾਲ ਕੀ ਹੈ? ਹੁਕਮ। ਇਹ ਭਾਣਾ, ਭਾਣੇ ਮੂਹਰੇ ਕੋਈ ਨਹੀਂ ਟਿਕ ਸਕਦਾ। ਕਾਹੂ ਜਗੇਸ ਛਲੀ ਨਾ ਛਲੇਗੀ। ਕਿੱਡਾ ਹੀ ਕੋਈ ਜੋਗੇਸ਼ਰ ਆ ਜਾਵੇ, ਕਿੱਡਾ ਹੀ ਕੋਈ ਤਪਸਵੀ ਆ ਜਾਵੇ, ਇਹ ਨਹੀਂ ਇਹਨੂੰ ਉਲਟੇ ਰਸਤੇ ਪਾ ਸਕਦਾ। ਸੰਸਾਰ ਦੇ ਵਿੱਚ ਕਿੱਡੇ ਤੁਸੀਂ ਬੜੇ ਬੜੇ ਗੁਰਦੁਆਰੇ ਬਣਾ ਲਓ, ਕਿੱਡੇ ਕਿੱਡੇ ਪੈਸੇ ਇਕੱਠੇ ਕਰਕੇ ਮੰਦਰ ਬਣਾਓ, ਜਾਇਦਾਦਾਂ ਬਣਾ ਲਓ। ਪਿੱਛੇ ਬਣੇ ਹੋਈ ਸੀ, ਸੋਮਨਾਥ ਦਾ ਮੰਦਰ ਢਾਹ ਕੇ ਲੈ ਗਏ ਲੁੱਟ ਕੇ। ਉਹ ਹੀਰਾ ਉਹਦੇ ਵਿੱਚ ਸੀ ਕੋਹਿਨੂਰ, ਵਿਚਾਲੇ ਖੜੀ ਸੀ ਮੂਰਤੀ, ਨਾ ਧਰਤੀ ਤੇ ਨਾ ਉੱਪਰ। ਉੱਪਰ ਇੱਕ ਮੈਗਨੇਟ ਚੁੰਬਕ ਲਾਇਆ ਹੋਇਆ ਸੀ, ਥੱਲੇ ਵਿੱਚ ਲੋਹਾ ਸੀ, ਵਿਚਾਲੇ ਖੜੀ ਸੀ। ਦਸ ਆਦਮੀ ਕੀ ਉਹ ਵੀ ਆਕਾਸ਼ ਵਿੱਚ ਮੂਰਤੀ ਖੜੀ ਹੈ, ਸ਼ਕਤੀ ਨੂੰ ਖੜੀ ਹੈ। ਦੁਨੀਆ ਚੜਾਵਾ ਚੜਾਉਂਦੀ ਸੀ। ਮੁਹੰਮਦ ਗੌਰੀ ਆਇਆ, ਉਹਨੇ ਗੁੰਬਦ ਢਾਤਾ, ਠੱਕ ਦੇ ਕੇ ਥੱਲੇ ਡਿੱਗੀ। ਉਤਲਾ ਜਾ ਚੁੰਬਕ ਗਿਰ ਗਿਆ, ਇੱਕ ਪਾਸੇ ਦਾ ਮੈਗਨੇਟ ਗਿਰ ਗਿਆ, ਠੱਕ ਦੇ ਕੇ ਥੱਲੇ ਗਿਰੀ। ਐਡੇ ਐਡੇ ਫਰਾਡ ਕੀਤੇ ਨੇ ਧਰਮ ਦੇ ਨਾਂ ਤੇ ਲੋਕਾਂ ਨੇ। ਬੜੇ ਬੜੇ ਪਲਾਨ ਔਰ ਫਰਾਡ ਫੇਲ ਹੋ ਜਾਂਦੇ ਨੇ। ਇਹ ਫਰਾਡ ਨਹੀਂ ਸੀ, ਅੱਗੇ ਕੀਤੇ ਨਹੀਂ ਹੋਏ, ਸਭ ਪਤਾ ਹੈ, ਹਿਸਟਰੀ ਹੈ। ਐਵੇਂ ਨਹੀਂ ਤੂੰ ਅੰਨਾ ਤੁਰਕੂ ਕਾਣਾ ਕਿਹਾ। ਕੋਈ ਮੁਗਲ ਨਾ ਹੋ ਅੰਧਾ, ਇੱਕ ਮੁਗਲ ਹਿੰਦੂ ਨਹੀਂ ਬਣਿਆ। ਕਿਉਂ ਯਾਰ? ਜਿਹਦੇ ਇੱਕ ਅੱਖ ਹੋਵੇ ਉਹ ਕਦੋਂ ਕਹਿੰਦਾ ਮੇਰੀ ਵੀ ਬੰਦੇ। ਇੱਕ ਉਹ ਤਾਂ ਇੱਕ ਤੇ ਵੀ ਤਰਸਦਾ ਵੀ ਮੇਰੀਆਂ ਦੋ ਚਾਹੀਦੀਆਂ ਨੇ। ਇੱਕ ਅੱਖ ਗਈ ਦਾ ਹੀ ਉਹਨੂੰ ਤਾਂ ਬਹੁਤ ਮਲਾਲ ਹੈ, ਅਫਸੋਸ ਹੈ ਵੀ ਮੇਰੀ ਦੂਈ ਵੀ ਚਾਹੀਦੀ ਹੈ। ਉਹਨੂੰ ਕੋਈ ਕਹਿ ਲਿਆ ਤੇਰੀ ਦੂਈ ਵੀ ਭੰਨਦਾ, ਉਹ ਫਿਰ ਜੁੱਤੀ ਨਹੀਂ ਖੋਲੂ ਉਹਦੇ ਵਾਸਤੇ। ਤੇਰੀਆਂ ਦਾ ਦੋਏ ਹੈ ਨਹੀਂ, ਮੇਰੀ ਵੀ ਚਾਹੁੰਦਾ ਦੋਏ ਨਾ ਰਹਿਣ। ਸਿੱਖੀ ਦੀਆਂ ਦੋ ਅੱਖਾਂ ਭਰੀਆਂ ਨੇ ਇਹਨਾਂ ਨੇ, ਪਲਾਨਡ ਪ੍ਰੋਗਰਾਮ ਨੂੰ। ਅਰਥ ਐਸੇ ਨੇ ਕੀਤੇ ਨੇ, ਪੰਡਤ ਨੇ ਕੀਤੇ ਨੇ ਅਰਥ। ਉਹ ਪੰਡਤ ਨਾਰਾਇਣ ਸਿੰਘ ਪੰਡਤ ਹੋਵੇ, ਗੁਰਬਾਣੀ ਦੇ ਅਰਥ ਕਰੇ। ਪੰਡਤ ਜਿਹੜਾ ਪੰਡਤ ਨੇ ਤਾਂ ਬਾਟ ਪਾੜੀ ਸੀ ਇਹ ਵੇਦਾਂ ਦੀ। ਪੰਡਤ ਨੂੰ ਕਦੋਂ ਬਰਦਾਸ਼ਤ ਸੀ ਗੁਰਬਾਣੀ? ਫਿਰ ਪੰਡਤ ਨੂੰ ਰਣਜੀਤ ਸਿੰਘ ਨੇ ਮੂਹਰੇ ਕਰਕੇ ਬਾਟ ਪੜਾਤੀ। ਗੱਦਾਰੀ ਨਹੀਂ ਕੀਤੀ ਰਣਜੀਤ ਸਿੰਘ ਨੇ। ਕੀ ਬਚਿਆ ਰਣਜੀਤ ਸਿੰਘ ਦਾ? ਹੈ ਕੁਛ ਨਹੀਂ। ਰਾਜ ਵੀ ਸੀ, ਉੱਪਰ ਰਾਜੇ ਦਾ ਹੀ ਆਇਆ ਨਾ ਰਾਜ। ਬਦਨਾਮੀ ਦਾ ਸਵਾ ਕੀ ਲੈ ਗਿਆ? ਕੁਛ ਨਹੀਂ। ਜਿਹੜਾ ਗੁਰੂ ਨਾਲ ਗੱਦਾਰੀ ਕਰੂਗਾ, ਗੁਰੂ ਸਭ ਦਾ ਹੀ ਹੈ, ਸਿੱਖਾਂ ਦਾ ਹੀ ਨਹੀਂ ਹੈ। ਗੁਰੂ ਪਰਮੇਸ਼ਰ ਹੈ, ਸਭ ਦਾ ਹੀ ਹੈ। ਉਹ ਆਪਣੇ ਆਪ ਨੂੰ ਚਾਹੇ ਮੁਸਲਮਾਨ ਮੰਨੇ, ਚਾਹੇ ਹਿੰਦੂ ਮੰਨੇ, ਚਾਹੇ ਈਸਾਈ ਕਹਾਵੇ, ਗੁਰੂ ਸਭ ਦਾ ਹੀ ਹੈ। ਜਿਹੜਾ ਉਹਦੇ ਨਾਲ ਗੱਦਾਰੀ ਕਰੂਗਾ ਉਹ ਫਿਰ ਆਹੀ ਹੈ ਨਾ। ਉਹ ਫਿਰ ਰੀਤ ਕੀ ਹੈ? ਕਾਲ ਕਰਾਲ ਕੀ ਰੀਤ ਮਾਂ ਇਹ। ਬਸ ਉਹ ਤੇ ਤਲਵਾਰ ਚੱਲ ਜਾਣੀ ਹੈ ਕਾਲ ਦੀ।
ਉਹ ਤੇ ਚੱਲ ਜਾਣੀ ਹੈ। ਸੁੰਦਰ ਦੇਹ ਤੁਮਾਰੀ ਮਹਾਮੁਨੀ ਅੰਤਮ ਸਾਨ ਹਵੈ ਧੂਰ ਰਲੈਗੀ। ਹੈ ਮਾਂ ਮੁਨੇ ਤੇਰੀ ਬੜੀ ਸੁੰਦਰ ਦੇ ਹੈ, ਬੜੀ ਪਾਲੀ ਹੈ ਤਾਂ ਦੁੱਧ ਲੋਕਾਂ ਦੇ ਘਰ ਕਦੇ ਗੋਹਾ ਚੱਕਿਆ ਨਹੀਂ, ਮੈਸ ਨੂੰ ਪੱਠੇ ਨਹੀਂ ਪਾਏ, ਦੁੱਧ ਆ ਪੀ ਜਾਂਦੇ। ਲੋਕਾਂ ਦੀ ਕਮਾਈ ਖਾਈ ਜਾਂਦੇ, ਦੇਹ ਪਾਲੀ ਹੈ, ਹੋਰ ਤਾਂ ਕੁਝ ਨਹੀਂ ਪਾਲਿਆ। ਬੁੱਧੀ ਦਾ ਬਲਵਾਨ ਨਹੀਂ ਕੀਤੀ, ਉਹ ਬੁੱਧ ਬਲਵਾਨ ਕਰਨੀ ਸੀ, ਲੋਕਾਂ ਨੂੰ ਸਬੁੱਧ ਵੰਡਣੀ ਸੀ, ਗਿਆਨ ਵੰਡਣਾ ਸੀ। ਪਾਲ ਲਈ ਦੇ ਬੜੀ ਸੁੰਦਰ ਦੇ ਆ, ਅੰਤ ਕੀ ਆਊਗਾ? ਖਾਕ ਚ ਰਲ ਜੂ, ਧੂੜ ਰਲੈਗੀ। ਖਾਕ ਹੋ ਕੇ ਧੂੜ ਦੇ ਵਿੱਚ ਪਤਾ ਵੀ ਨਹੀਂ ਲੱਗਣਾ ਕਿੱਥੇ ਦੇ ਆ, ਵਿੱਚ ਹੀ ਫਸਲ ਦੇ ਰਲ ਜਾਣੀ ਹੈ, ਮਿੱਟੀ 'ਚ ਮਿੱਟੀ ਹੋ ਜਾਣੀ ਆ, ਪਤਾ ਵੀ ਨਹੀਂ ਲੱਗਣਾ ਵੀ ਕਿੱਥੇ ਹੈ। ਜਿੰਨੇ ਅੱਜ ਤਾਈਂ ਗਏ ਨੇ ਸਰੀਰ ਛੱਡ ਕੇ, ਕਿਤੇ ਪਤਾ ਵੀ ਆ ਮਿੱਟੀ ਇੱਥੇ ਕੋਨਾਂ ਦੀ ਹੈ, ਕਿਤੇ ਕੋਈ ਕਣਕਾ ਦੀ ਨਾ, ਕਿਤੇ ਵੱਖਰਾ। ਇਹ ਤਾਂ ਮਿੱਟੀ ਨੇ ਤਾਂ ਮਿੱਟੀ 'ਚ ਰਲ ਜਾਣਾ। ਇਹ ਮਿੱਟੀ ਪਾਲ ਪਾਲ ਕੇ ਤੁਸੀਂ ਆਪਣਾ ਜੀਵਨ ਬਰਬਾਦ ਕਰ ਲਿਆ। ਮਿੱਟੀ ਸਰੀਰ ਕੀ ਹੈ? ਕੌਡੀ। ਹੀਰਾ ਜਨਮ ਅਮੋਲ ਹੈ, ਕੌਡੀ ਬਦਲੇ ਜਾ ਰਹੇ, ਇਹ ਸਰੀਰ ਬਦਲੇ। ਤੁਸੀਂ ਸਾਰੀ ਇਹ ਦੇਹ ਪਾਲ ਲਈ, ਇਹਨੇ ਕੀ ਹੋਣਾ? ਧੂੜ 'ਚ ਰਲ ਜਾਣਾ, ਮਿੱਟੀ 'ਚ ਰਲ ਜਾਣਾ, ਖਾਕ 'ਚ ਰਲ ਜਾਣਾ ਨੇ। ਕਾਹੇ ਕੋ ਪੌਣ ਪਛੋ ਸੁਣੋ ਮੁਨੀ ਪੌਣ ਪਛੇ ਕੁਛ ਹਾਥ ਨ ਐ ਹੈ। ਫਿਰ ਕਹਿੰਦੇ ਅਸੀਂ ਪੌਣਾ ਹਾਰੇ ਹਾਂ ਜੀ। ਪੌਣ ਕਾਹਦੇ ਪਛਦੇ ਹੋ, ਖਾਂਦੇ ਹੋ ਬਈ? ਪੌਣ ਖਾਦੇ ਤੇ ਕੁਛ ਹੱਥ ਆਜੂ, ਜੇ ਆਇਆ ਤਾਂ ਦੱਸੋ ਜਿਹਦੇ ਵੀ ਆਇਆ। ਆ ਜਿਹੜੇ ਕਹਿੰਦੇ ਨੇ ਸਾਹ ਅੰਦਰ ਨੂੰ ਲੈ ਜਾਓ ਵਾਹਿਗੁਰੂ ਕਾ ਕੇ, ਫਿਰ ਸਾਹ ਬਾਹਰ, ਇਹ ਉਹੀ ਨੇ। ਆ ਜਿਹੜੇ ਕਹਿੰਦੇ ਨੇ ਅੰਦਰ ਪੌਣ ਪਛਣ ਵਾਲੇ ਨੇ, ਸਾਹ ਨਾਲ ਅੰਦਰ ਨੂੰ ਲੈ ਜਾਓ। ਉਹਨੂੰ ਪੁੱਛੇ ਵੀ ਸਾਹ ਨਾਲ ਵਾਹਿਗੁਰੂ ਹਿਰਦੇ 'ਚ ਹੁੰਦਾ ਜਾਂ ਵਾਹਿਗੁਰੂ ਮਿਹਦੇ 'ਚ ਹੁੰਦਾ? ਉਹ ਫੇਫੜੇ ਜਾਂਦੀ ਆ ਹਵਾ, ਇਹਨਾਂ ਨੂੰ ਫੇਫੜੇ ਦਾ, ਮਿਹਦੇ ਦਾ, ਹਿਰਦੇ ਦਾ ਹੀ ਨਹੀਂ ਪਤਾ। ਡਾਕਟਰਾਂ ਨੂੰ ਪੁੱਛ ਲੈਣ ਕਿਸੇ ਨੂੰ। ਸ਼ੁੱਧ ਹਵਾ ਅੰਦਰ ਜਾਂਦੀ ਆ, ਗੰਦੀ ਹੋ ਕੇ ਬਾਹਰ ਨਿਕਲਦੀ ਹੈ। ਜਿਹੜੀ ਮੂੰਹ ਦੀ ਹਵਾ ਹੈ ਗੰਦੀ ਹੋ ਕੇ ਬਾਹਰ ਨਿਕਲਦੀ ਹੈ। ਬਾਹਰ ਕੀ ਨਿਕਲਿਆ? ਤੁਹਾਡਾ ਵਾਹਿਗੁਰੂ ਨੂੰ ਵੀ ਗੰਦਾ ਕਰਤਾ ਤੁਸੀਂ ਤਾਂ ਅੰਦਰ ਲਿਜਾ ਕੇ। ਇਹ ਸਾਬਤ ਕਰੋ ਜਿਹੜਾ ਤੁਹਾਡੇ ਮੂੰਹ ਤੋਂ ਹਵਾ ਨਿਕਲਦੀ ਹੈ ਉਹ 'ਚ ਕੀਟਾਣੂ ਨਹੀਂ ਹੁੰਦੇ। ਜਿੱਥੇ ਜਾਂਦਾ ਨਾਮ ਉਹ ਜਗ੍ਹਾ ਕਹੀ ਜੇ ਉੱਥੇ ਕੀਟਾਣੂ ਨਹੀਂ ਹੈ। ਕੀ ਕਰਦਾ ਸਾਹ ਜਾ ਕੇ? ਖੂਨ ਸਾਫ਼ ਕਰਦਾ। ਗੰਦਾ ਹੈ ਖੂਨ, ਉਹ ਵਾਹਿਗੁਰੂ ਤੁਹਾਡਾ ਖੂਨ ਸਾਫ਼ ਕਰਨ ਵਾਸਤੇ ਰੱਖਿਆ ਹੋਇਆ। ਇਹ ਆ ਨਿਰਮਲ ਬੁੱਧ ਕਰਨ ਵਾਸਤੇ ਰੱਖਿਆ ਸੀ। ਉਹ ਮਨ ਧੋਣਾ ਸੀ ਜਾਂ ਖੂਨ ਸਾਫ਼ ਕਰਨਾ ਸੀ? ਮੱਤ ਮਾਰੀ ਹੋਈ ਹੈ ਬਿਲਕੁਲ ਇਹ ਮੱਤ। ਅੱਜ ਦੇ ਜ਼ਮਾਨੇ 'ਚ ਤਾਂ ਛੋਟੇ ਛੋਟੇ ਜਵਾਕ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਵੀ ਸਾਹ ਕਿੱਥੇ ਜਾਂਦਾ, ਕੀ ਕਰਦਾ, ਕੀ ਕਰਨ ਲੱਗੇ ਹੋਏ ਨੇ। ਬਹੁਤ ਬੜੇ ਭੁਲੇਖੇ 'ਚ ਨੇ। ਪੌਣ ਪਛੇ ਕੁਛ ਹਾਥ ਨ ਐ ਹੈ। ਕੀ ਹੱਥ ਆਊਗਾ ਪੌਣ ਪਛੇ ਤੇ? ਉਹ ਤਾਂ ਸਾਹ ਚੱਲਦਾ ਹੀ ਰਹਿੰਦਾ, ਖੂਨ ਸਾਫ਼ ਹੁੰਦਾ ਹੀ ਰਹਿੰਦਾ। ਆਤਮ ਗਿਆਨ ਨਹੀਂ ਹੁੰਦਾ ਇਹਦੇ ਨਾਲ, ਹੋਰ ਨਹੀਂ ਕੋਈ ਪ੍ਰਾਪਤੀ। ਉਹ ਤਾਂ ਉੱਦਾਂ ਵੀ ਸਾਹ ਲੈਂਦੇ, ਉਹੀ ਕੰਮ ਉਹਨੇ ਕਰਨਾ, ਉਹੀ ਕੰਮ ਪੌਣ ਪਛੇ ਦੇ ਹੋਣੀ ਹੈ। ਗਲਤ ਉਹਦੇ 'ਚ ਕੀ ਫਰਕ ਪੈ ਜੂਗਾ ਬਈ? ਸਰੀਰ ਨਾਲ ਸੰਬੰਧ ਹੈ, ਮਾਇਆ ਹੈ ਹਵਾ। ਸਰੀਰ ਵਾਸਤੇ ਚਾਹੀਦੀ ਹੈ, ਸਰੀਰ ਵੀ ਮਾਇਆ ਦਾ। ਆਤਮਾ ਨਾਲ ਦਾ ਕੀ ਸੰਬੰਧ ਹੈ? ਕੁਛ ਨਹੀਂ ਹੱਥ ਆਉਣ ਵਾਲਾ ਇਹਦੇ ਵਿੱਚ। ਕਾਹੇ ਕੋ ਬਸਤਰ ਕਰੋ ਭਗਵਾ ਇਨ ਬਾਤਨ ਸੋ ਭਗਵਾਨ ਨਾ ਹਵੈ ਹੈ। ਉਹ ਜਿਹੜੇ ਤੁਸੀਂ ਭਗਵੇਂ ਕੱਪੜੇ ਪਾ ਕੇ ਭਗਵਾਨ ਕਹਿੰਦੇ ਹੋ, ਭਗਵਾਨ ਨਹੀਂ ਬਣ ਸਕਦਾ ਭਗਵੇਂ ਬਾਣਾ ਪਾ ਕੇ। ਭਗਵੇਂ ਕੱਪੜਿਆਂ ਨਾਲ ਭਗਵਾਨ ਨਹੀਂ ਬਣ ਸਕਦਾ। ਦੇਖੋ ਭਗਵਾਨ ਆਦਮੀ ਬਣ ਜਾਂਦਾ। ਸੋ ਭਗਵਾਨ ਨਾ ਹਵੈ ਹੈ। ਆਦਮੀ ਭਗਵਾਨ ਬਣ ਜਾਂਦਾ ਹੈ। ਭਗਵਾਨ ਪਰਮਾਤਮਾ ਪਰਮੇਸ਼ਰ ਨਹੀਂ ਹੁੰਦਾ, ਭਗਵਾਨ ਆ ਗਿਆ। ਭਗਵਾਨ ਭਾਗਿਆਵਾਨ ਨੂੰ ਕਹਿੰਦੇ ਨੇ, ਭਾਗਿਆਸ਼ਾਲੀ ਨੂੰ ਕਹਿੰਦੇ ਨੇ। ਜੇ ਭਗਵਾਨ ਨਹੀਂ ਤਾਂ ਅਭਾਗਾ ਮਰਦਾ।
ਝੂਠੇ ਆਏ ਝੂਠੇ ਜਾਏ ਝੂਠੇ ਮਰੇ ਭਾਗੇ ਅਭਾਗੇ। ਜੇ ਤਾਂ ਜਿਹੜਾ ਕੰਮ ਆਇਆ ਉਹ ਕਰਦਾ ਹੈ, ਜੇ ਤਾਂ ਕਰਿਆ ਮਨ ਸੁਧ ਆ ਕੇ ਆਪਣਾ ਮਨ ਸ਼ੁੱਧ ਕੀਤਾ, ਸ਼ੁੱਧ ਮਨ ਹੋਣ ਦਾ ਉਪਦੇਸ਼ ਕੀਤਾ, ਸਬਰ ਸੰਤੋਖ ਰੱਖਿਆ। ਗਰੀਬ ਹੈ ਤਾਂ ਗਰੀਬੀ ਉਹ ਠੀਕ ਹੈ, ਮਾਸਟਰ ਹੈ ਜਿਹੋ ਜਿਹਾ ਵੀ ਹੈਗਾ, ਜੋ ਦੇਤਾ ਪਰਮੇਸ਼ਰ ਨੇ ਉਸੇ 'ਚ ਮੌਜ ਹੈ, ਠੀਕ ਹੈ। ਫਿਰ ਤਾਂ ਹੈ ਭਾਗਵਾਨ, ਭਗਵਾਨ ਹੈ ਫਿਰ ਤਾਂ ਉਹ। ਕਾਹੇ ਕੋ ਬਸਤਰ ਕਰੋ ਭਗਵਾ, ਪਰ ਭਗਵੇਂ ਕੱਪੜੇ ਪਾਉਣ ਨਾਲ ਭਗਵਾਨ ਨਹੀਂ ਬਣਦਾ। ਇਨ ਬਾਤਨ ਸੋ ਭਗਵਾਨ ਨਾ ਹਵਾ ਹੈ। ਇਹਨਾਂ ਗੱਲਾਂ ਨਾਲ ਭਗਵਾਨ ਨਹੀਂ ਬਣ ਸਕਦਾ। ਹੁਣ ਅਸੀਂ ਬਾਣਾ ਪਾ ਕੇ ਖਾਲਸਾ ਨਹੀਂ ਬਣ ਸਕਦੇ। ਖਾਲਸਾ ਆਤਮ ਦੇ ਲੈਵਲ ਦੀ ਗੱਲ ਹੈ, ਸਰੀਰ ਦੇ ਲੈਵਲ ਦੀ ਗੱਲ ਖਾਲਸਾ ਨਹੀਂ ਹੈ। ਖਾਲਸਾ ਖਾਸ ਰੂਪ ਦਾ ਨਾਮ ਹੈ। ਖਾਲਸਾ ਮੇਰਾ ਰੂਪ ਹੈ ਖਾਸ। ਖਾਸ ਕੀ ਹੈ? ਇੱਕ ਖਾਸ ਰੂਪ ਕੀ ਹੈ? ਇੱਕ ਬਾਕੀ ਦਾ ਰੂਪ ਬਦਲਦਾ, ਉਹ ਰੂਪ ਤਾਂ ਫਿਰ ਬਦਲਦਾ ਨਹੀਂ ਨਾ, ਖਾਸ ਰੂਪ ਨਹੀਂ ਬਦਲਦਾ। ਕਾਲ ਕਰਾਲ ਵੇਦ ਪੁਰਾਣ ਪ੍ਰਮਾਣ ਕਹਿ ਦੇਖੋ, ਤੇ ਸਭ ਹੀ ਬਸ ਕਾਲ ਸਭੇ ਹੈ। ਵੇਦ ਪੜ੍ਹ ਲਓ, ਪੁਰਾਣ ਪੜ੍ਹ ਲਓ, ਕੁਰਾਨ ਪੜ੍ਹ ਲਓ, ਸਮਝ ਕੇ ਉਹਨੂੰ ਵਿਚਾਰ ਕੇ ਦੇਖ ਲਓ, ਸਾਰੇ ਕਾਲ ਦੇ ਵਸ ਨੇ। ਤੇ ਭਗਵਾਨ ਵੀ ਕਾਲ ਦੇ ਵਸ ਹੈ। ਭਗਵਾਨ ਕਾਲ ਦੇ ਵਸ ਨਹੀਂ ਹੁੰਦਾ। ਭਗਵਾਨ ਕਾਲ ਦੇ ਵਸ, ਗੁਰਮੁਖ ਕਾਲ ਦੇ ਵਸ ਨਹੀਂ ਹੁੰਦਾ। ਗੁਰਮੁਖ ਨੇ ਜਿਹੜਾ ਹੈ ਕਾਲ ਕੌਣ ਹੈ? ਕਾਲ ਹੈ ਕੀ? ਸਾਡਾ ਮਨ ਹੀ ਸਾਡਾ ਕਾਲ ਹੈ। ਜਿਹਨੇ ਮਨ ਮਾਰ ਲਿਆ ਉਹਨੇ ਕਾਲ ਮਾਰ ਲਿਆ। ਇਹ ਆਪਣਾ ਕਾਲ ਆਪੇ ਹੈ, ਕੋਈ ਨਹੀਂ ਕਿਸੇ ਦਾ ਕਾਲ ਹੈ। ਇੱਕ ਦਾ ਕਾਲ ਕੌਣ ਹੈ? ਕੋਈ ਵੀ ਨਹੀਂ। ਇੱਕ ਆਪਣਾ ਕਾਲ ਵੀ ਆਪ ਹੈ। ਜੇ ਇਹਦਾ ਮਨ ਬਾਗੀ ਹੈ ਤਾਂ ਇਹ ਕਾਲ ਵਸ ਹੈ, ਮਨ ਵਸ ਹੈ, ਕਾਲ ਵਸ ਹੈ। ਜੇ ਬੁੱਧੀ ਮਨ ਦੇ ਵਸ ਹੈ ਤਾਂ ਕਾਲ ਵਸ ਹੈ। ਜੇ ਮਨ ਜਿੱਤ ਲਿਆ ਫਿਰ ਇਹ ਅਕਾਲ ਹੈ, ਫਿਰ ਆਪੇ ਅਕਾਲ ਹੈ। ਅਕਾਲ ਕਾਲ ਦੇ ਵਸ ਨਹੀਂ ਹੁੰਦਾ। ਮਨ ਜੀਤੇ ਬਸ। ਜਿਹੜੀ ਸਾਡੀ ਇੱਛਾ ਹੈ, ਸਾਡੀ ਮਰਜ਼ੀ ਹੈ ਨਾ, अपनी मेरी मर्जी ही मेरा काल है। काल कल्पना, कल्पना ही काल है। ये कल्पना है नहीं, काल है नहीं। जब कल्पना ही मार ली, काल मन मार लिया, काल मार लिया। कालपुरख का मरदा है। कालपुरख कौन है? मन होया कालपुरख। और कौन है? मान ऐसे नू है, मन नू है। ਇਹਦਾ मान मार लिया, ਬੰਦਾ ਮਾਨ ਮਾਰ ਲਿਆ। ਕਾਲਪੁਰਖ ਕਾ ਮਰਦਾ ਮਾਨ। ਕਾਲ ਕੀ ਦਾ ਕੌਣ ਹੈ? ਜਿਹਨੇ ਆਪਣਾ ਮਨ ਮਾਰ ਲਿਆ ਉਹ ਭਗਵਾਨ ਹੈ, ਭਾਗਵਾਨ ਹੈ। ਆ ਗੱਲ ਹੈ। ਜਿਹਨੇ ਮਨ ਜਿੱਤ ਲਿਆ ਨਾ ਉਹ ਭਾਗਵਾਨ ਹੈ। ਉਹ ਕਾਲ ਵਸ ਨਹੀਂ ਹੁੰਦਾ, ਉਹ ਕਾਲ ਤੋਂ ਉੱਪਰ ਹੁੰਦਾ। ਕੋਈ ਸਰੀਰ ਨਹੀਂ ਨਾ ਹੁੰਦਾ। ਉਹ ਤ੍ਰਿਕੁਣੀ ਤਾਂ ਪਹਿਲਾਂ ਹੀ ਛੱਡੀ ਹੋਈ, ਉਹਨੇ ਮਾਇਆ ਤਾਂ ਪਹਿਲਾਂ ਹੀ ਛੱਡੀ, ਮਾਇਆ ਦਾ ਮੋਹ ਤਾਂ ਪਹਿਲਾਂ ਹੀ ਛੱਡਿਆ ਹੋਇਆ। ਆਹ ਗੱਲ ਕਹੀ ਹੋਈ ਹੈ ਇਹ। ਜਾਰ ਅਨੰਗਣ ਨੰਗ ਕਹਾਵਤ, ਸੀਸ ਕੀ ਸੰਗ ਜਟਾ ਊਨਾ ਜੈ ਹੈ। ਜਾਰ ਅਨੰਗਣ ਨੰਗ ਕਹਾਵਤ, ਅਨੰਗਣ ਨੰਗ ਕਹਾਵਤ। ਉਹ ਨਾਂਗੇ ਕਹਿੰਦੇ ਨੇ ਨਾ, ਨਾਂਗੇ ਉਹ ਜਾਲਿਆ ਕੀ ਹੈ? ਜਾਲਿਆ ਨਹੀਂ ਹੈ ਕੁਛ ਵੀ। ਜਾਲਿਆ ਤਾਂ ਸਰੀਰ ਹੈ ਬਾਹਰ ਦਾ। ਉਹ ਸਰੀਰ ਤਪਾਇਆ ਇਹਨਾਂ ਨੇ। ਕਈ ਯੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਨੰਗਣ ਜਾਲਿਆ, ਸਰੀਰ ਜਾਲਿਆ ਬਾਹਰਲਾ। ਬਣ ਗਏ ਨਾ ਗਏ ਨੰਗਣ। ਉਹ ਨੰਗਣ ਜ਼ਿਆਦਾ ਜਾਂ ਸਰੀਰ ਦਾ ਮੋਹ ਛੱਡਤਾ।
ਜੇ ਸਰੀਰ ਤੋਂ ਅੱਡ ਹੋ ਗਿਆ ਨਾਗਾ ਤਾਂ ਛੱਡ ਹੈ, ਨੰਗੇ ਜਾਣਾ ਜਾਂ ਜਾਂਦਾ ਜਾਂ ਆਤਮਾ ਕੱਲੀ ਰਹਿ ਗਈ ਨਾ, ਜਿਉਂਦੇ ਨੇ ਸਰੀਰ ਛੱਡਤਾ ਫੇਰ ਨਾਗਾ ਹੈ। ਸਰੀਰ ਤੇ ਕੱਪੜੇ ਨਹੀਂ ਪਾਏ ਨਾਗਾ ਬਣ ਗਿਆ। ਚਾਰ ਅਨੰਗਣ ਨੰਗ ਕਹਾਵਤ, ਹਾਂ ਨੰਗ ਕਹਾਵਤ। ਸੀਸ ਕੀ ਸੰਗ ਜਟਾ ਊ ਨਾ ਜੈ ਹੈ, ਆ ਜਿਹੜੀਆਂ ਜਟਾਂ ਨੇ ਚਲੀਆਂ ਜਾਣਗੀਆਂ ਨਾਲ ਤੇਰੇ, ਕੇਸ ਜਲੇ ਜੁਗਾਸ, ਜਟਾਂ ਨਾਲ ਜਾਣਗੀਆਂ ਤੇਰੇ। ਓਏ ਉਹ ਦੇ ਲੰਬੀ ਨਜ਼ਰ ਨੇ ਹਾਲੀ, ਉਹ ਜਿਹੜੀ ਲੰਬੀ ਨਜ਼ਰ ਸੀ, ਦੂਰ ਦ੍ਰਿਸ਼ਟੀ ਸੀ, ਉਹ ਜਾਣੀ ਸੀ ਨਾਲ ਜਟਾਂ ਵਧਾ ਲਈਆਂ ਸਿਰ ਤੇ। ਸਰੀਰ ਨਾਲ ਜੋੜ ਲਿਆ, ਸਾਰੀ ਗੱਲ ਸਰੀਰ ਨਾਲ ਜੋੜ ਲਈ ਬਾਹਰ ਮਾਇਆ ਨਾਲ। ਸੌਖਾ ਕੰਮ ਹੈ ਨਾ ਮਾਇਆ ਨਾਲ ਜੋੜਨਾ, ਸਾਰੇ ਇੱਦਾਂ ਹੀ ਕਰਦੇ ਨੇ, ਮਾਇਆ ਨਾਲ ਜੋੜਦੇ ਹੁੰਦੇ ਨੇ। ਆਦਮੀ ਤਾਂ ਆਖਰ ਆਦਮੀ ਹੋਈ ਹੈ, ਇੱਕੋ ਜਿਹਾ ਹੀ ਹੁੰਦਾ, ਉਹੀ ਬੁੱਧੀ ਹੈ ਸਾਰਿਆਂ ਦੀ। ਇਹ ਤਾਂ ਖੱਡੀ ਤਿੱਖੀ ਬਾਹਰੋਂ ਨਿੱਕੀ ਹੈ, ਇਹ ਨਹੀਂ ਸਮਝ ਆਉਂਦੀ ਹਰੇਕ ਦੇ ਗੱਲ। ਇਹ ਤਾਂ ਕਰੋੜਾਂ 'ਚੋਂ ਕੋਈ ਹੁੰਦਾ ਜਿਹਦੇ ਸਮਝ ਆਉਂਦੀ ਹੈ, ਬਾਕੀ ਤਾਂ ਬੁੱਧੂ ਹੁੰਦੇ ਨੇ, ਬਾਹਰੇ ਜੋੜ ਲੈਂਦੇ ਨੇ ਜੋ ਚੀਜ਼ ਦੀਦੀ ਹੈ। ਹਾਂਜੀ। ਕੰਚਨ ਕੋਟ ਗਿਰਿਓ ਕਹੋ ਕਾਹੇ, ਨਾ ਸਾਤੋ ਸਾਗਰ ਕਿਉ ਨਾ ਸਕਾਨੋ। ਕੰਚਨ ਕੋਟ ਸੋਨੇ ਦੇ ਕੋਟ ਜਿਹੜਾ ਗਿਰਿਓ, ਕਹੋ ਕਾਹੇ ਨਾ ਸਾਤੋ ਸਾਗਰ ਕਿਉ ਨਾ ਸਕਾਨੋ। ਚਾਹੇ ਸੱਤੇ ਸਾਗਰ ਸੁੱਕ ਜਾਣ, ਸਾਰੇ ਜਿਹੜੇ ਕੰਚਨ ਕੋਟ ਨੇ ਨਾ ਅੰਦਰ ਹਿਰਦੇ, ਸਾਰੇ ਢਹਿ ਢੇਰੀ ਹੋ ਜਾਣ, ਸ੍ਰਿਸ਼ਟੀ ਖਤਮ ਹੋ ਜਾਵੇ, ਚਾਹੇ ਉਹ ਜਾਂ ਸੱਤੇ ਸਾਗਰ ਸੁੱਕ ਜਾਣੇ ਨੇ, ਆ ਸ੍ਰਿਸ਼ਟੀ ਰਹਿ ਜੂ, ਫਿਰ ਸ੍ਰਿਸ਼ਟੀ ਰਹਿ ਜੂ। ਅੱਠ ਨਹੀਂ ਕਿਹਾ, ਸਾਤੋਂ ਸਾਗਰ ਕਿਹਾ ਹੈ। ਇਹ ਸਾਤੋਂ ਸਾਗਰ ਜਿਹੜੇ ਨੇ ਨਾ, ਸਤ ਗਿਆਨ ਇਹਦੇ ਨੇ, ਸਰੀਰ ਦੇ ਨੇ ਸੱਤ, ਬਾਹਰਲੇ ਸਰੀਰ ਦੇ ਨੇ ਸੱਤ। ਆਹੋ, ਜਿਹੜਾ ਅੰਦਰਲਾ ਸਰੀਰ ਅਸ਼ਟ ਧਾਤ ਕੀ ਕਾਇਆ, ਬਾਹਰ ਸੱਤ ਧਾਤ ਦੀ ਕਾਇਆ। ਹਾਂ। ਕੰਚਨ ਕੋਟ ਗਿਰਿਓ ਕਹੋ ਕਾਹੇ ਨਾ ਸਾਤੋ ਸਾਗਰ ਕਿਉ ਨਾ ਸਕਾਨੋ। ਹਾਂ, ਭਾਵੇਂ ਕਿਉਂ ਨਾ ਸੁੱਕ ਜਾਣ ਚਾਹੇ। ਪਸ਼ਚਤ ਭਾਨ ਉਦਿਓ ਕਹੋ ਕਾਹੇ, ਨਾ ਗੰਗ ਬਹੀ ਉਲਟੀ ਅਨੁਮਾਨੋ। ਚਾਹੇ ਕਹਿੰਦੇ ਸੂਰਜ ਪੱਛੋਂ ਤੇ ਚੜ੍ਹਨ ਲੱਗ ਜਾਵੇ, ਚਾਹੇ ਗੰਗਾ ਉਲਟੀ ਚੱਲਣ ਲੱਗ ਜਾਵੇ, ਭਾਵੇਂ ਇਹ ਹੋ ਜਾਵੇ ਪੁੱਠਾ ਕੰਮ। ਅੰਤ ਬਸੰਤ ਤਪਿਓ ਰਵੀ ਕਾਹੇ, ਨਾ ਚੰਦ ਸਮਾਨ ਦਨੀਸ਼ ਪਰਮਾਨੋ। ਕਹਿੰਦੇ ਚਾਹੇ ਬਸੰਤ ਦੇ ਰੁੱਤੂ ਦੇ ਵਿੱਚ ਗਰਮੀ ਆ ਜਾਵੇ, ਗਰਮੀ ਨਹੀਂ ਨਾ ਹੁੰਦੀ। ਅੰਤ ਬਸੰਤ ਤਪਿਓ, ਤਪਿਓ ਚਾਹੇ ਬਸੰਤ ਦਾ ਰਿਤੂ ਅੱਗ ਪੈਣ ਲੱਗ ਜਾਵੇ, ਬਸੰਤ ਦੇ ਰਿਤੂ 'ਚ ਅੱਗ ਪਵੇ, ਬਸੰਤ ਰਹਿੰਦੀ ਹੈ, ਫਿਰ ਫੁੱਲ ਰਹਿੰਦੇ ਨੇ। ਨਾ ਚੰਦ ਸਮਾਨ ਦਨੀਸ਼ ਪਰਮਾਨੋ। ਚਾਹੇ ਚੰਦ ਦੇ ਸਮਾਨ ਸੂਰਜ ਦਾ, ਸੂਰਜ ਜਿਹੜਾ ਹੈ ਨਾ, ਸੂਰਜ ਦੀ ਤਪਸ਼, ਉਹ ਚੰਦਰਮਾ ਵਰਗਾ ਠੰਡਾ ਹੋ ਜਾਵੇ। ਦਨੀਸ਼ ਹੁੰਦਾ ਸੂਰਜ, ਦਨੀਸ਼ ਦਿਨ ਦਾ ਰਾਜਾ, ਦਿਨ ਦਾ ਰਾਜਾ ਸੂਰਜ, ਭਾਵੇਂ ਇਹੋ ਜਿਹਾ ਠੰਡਾ ਹੋ ਜਾਵੇ ਜਿਵੇਂ ਚੰਦਰਮਾ, ਚਾਹੇ ਇਹ ਹੋ ਜਾਵੇ, ਚਾਹੇ ਬਸੰਤ ਵਿੱਚ ਝੱਗ ਪੈਣ ਲੱਗ ਜਾਵੇ। ਪੁੱਠੇ ਕੰਮ ਨੇ ਨਾ ਸਾਰੇ ਇਹ। ਹਾਂ, ਸੂਰਜ ਇੰਨਾ ਠੰਡਾ ਕਿਵੇਂ ਹੋ ਜਾਊਗਾ। ਕਿਉਂ ਡੁਮ ਡੋਲ ਡਬੀਨ ਧਰਾ ਮੁਨੀ ਰਾਜ, ਨਿਪਾਤਨ ਤਿਉ ਜਗ ਜਾਨੋ। ਡੁਮ ਡੋਲ ਡਬੀਨ ਧਰਾ ਮੁਨੀ ਰਾਜ। ਹਾਂ, ਮਤਲਬ ਹੈ ਜਿਹੜਾ ਡਾਬਾ ਡੋਲ ਹੈ ਨਾ, ਡਾਬਾ ਡੋਲ, ਸਭ ਕੁਛ ਡਾਬਾ ਡੋਲ ਹੋ ਜਾਵੇ, ਚਾਹੇ ਡਗਮਗਾ ਜਾਵੇ ਸਾਰਾ ਕੁਛ। ਹਾਂ, ਕਿਉਂ ਡੁਮ ਡੋਲ ਡਬੀਨ ਧਰਾ ਮੁਨੀ ਰਾਜ, ਮੁਨੀ ਰਾਜ। ਨਿਪਾਤਨ ਤਿਉ ਜਗ ਜਾਨੋ। ਨਿਪਾਤਨੀ ਨਿਤਾਪਨ, ਨਿਪਾਤਨੀ ਤਿਉ ਜਗ ਜਾਨੋ। ਐਂ ਸਮਝ ਲਓ ਵੀ ਇਹ ਜਿਹੜਾ ਸੰਸਾਰ ਹੈ, ਇਹ ਅਖੀਰ ਨੂੰ ਐਂ ਹੋ ਜਾਣਾ ਵੀ ਕੁਛ ਵੀ ਨਹੀਂ ਰਹਿਣਾ। ਸਾਰੇ ਸੰਸਾਰ ਇਹ ਕੁਛ ਵੀ ਨਹੀਂ ਹੈਗਾ, ਰਹਿਣਾ ਰਹੇ। ਪਰ ਜਿਹੜਾ ਆਦਮੀ ਹੈ ਨਾ, ਜੋਤ ਹੈ, ਬੁਰੀ ਰਾਜ, ਜੋਤ ਜਦ ਵੀ ਰਹੂਗੀ। ਇਹ ਨਿੱਤਾ ਪ੍ਰਤੀ ਰਹਿਣ ਵਾਲੀ ਹੈ, ਅਨਿੱਤਾ ਹੈ। ਜਗ ਜਾਨੋ। ਹਾਂ, ਜਗ ਅਨਿੱਤਾ, ਜੋਤ ਨਿੱਤ ਹੈ। ਨਿੱਤ ਹਰ ਸਮੇਂ ਜੋਤ ਰਹਿਣ ਵਾਲੀ ਹੈ। ਸੰਸਾਰ ਚਾਹੇ ਸਾਰਾ ਹੀ ਨਾ ਰਹੇ, ਤੇਰੇ ਨਾਲ ਹਿਸਾਬ ਫਿਰ ਵੀ ਲਿਆ ਜਾਊ, ਤੇਤੋਂ ਹਿਸਾਬ ਫਿਰ ਵੀ ਲਿਆ ਜਾਊ, ਦੁਬਾਰਾ ਫਿਰ ਆ ਜਾਊ।
ਇੱਕ ਵਾਰ ਜੇ ਸ੍ਰਿਸ਼ਟੀ ਖਤਮ ਹੋ ਜਵੇ ਸਭ ਨੇ ਸੌ ਜਾਣਾ, ਜਿਹੋ ਜਿਹਾ ਸੌਏਗਾ ਪਿਆਰਿਆ ਉਹ ਜਿਹਾ ਹੀ ਉੱਠੇਗਾ। ਕਰੋੜਾਂ ਸਾਲ ਬਾਅਦ ਵੀ ਜਿੰਨਾ ਜੇਬ ਦੇ ਵਿੱਚ ਹੋਊ ਨਾ ਕੈਸ਼, ਉਹੀ ਲੈ ਕੇ ਉੱਠੇਗਾ। ਚਾਹੇ ਅਰਬਾਂ ਸਾਲ ਬਾਅਦ ਦੁਬਾਰਾ ਜਨਮ ਆਵੇ, ਬੁੱਧੀ ਉਹੀ ਰਹੂਗੀ ਜਿਹੜੀ ਲੈ ਕੇ ਸੁੱਤਾ ਸੀ। ਨਾ ਉਹ ਪੈਸਾ ਵਧੇ ਨਾ ਪੈਸਾ ਘਟੇ, ਪੈਸਾ ਘਾਟਾ ਔਰ ਵਾਧਾ ਆ ਜੀਵਨ ਦੇ ਵਿੱਚ ਹੀ ਹੈ। ਸਾਰੀ ਸ੍ਰਿਸ਼ਟੀ ਸੱਤੇ ਸਮੁੰਦਰ ਸੁੱਕ ਜਾਣ, ਸੂਰਜ ਠੰਡਾ ਹੋ ਜਾਵੇ ਤਾਂ ਆਪੀ ਸ੍ਰਿਸ਼ਟੀ ਇੱਥੇ ਕੁਝ ਵੀ ਨਹੀਂ ਰਹਿਣਾ। ਜੇ ਸੂਰਜ ਠੰਡਾ ਹੋ ਗਿਆ ਬਨਸਪਤੀ ਨਹੀਂ ਰਹਿਣੀ, ਸਭ ਜੰਮ ਜਾਣਾ, ਬਰਫ਼ ਜੰਮ ਜਾਣੀ ਹੈ। ਚਲੋ ਜੀਵਨ ਆਤਮਾ ਦਾ ਰਹੂ, ਆਤਮਾ ਤਾਂ ਕਿਤੇ ਨਹੀਂ ਜਾਂਦੀ, ਸਰੀਰ ਹੀ ਨਹੀਂ ਰਹੂਗਾ। ਅਤਰ ਪਰਾਸ਼ਰ ਨਾਰਦ ਸਾਰਦ ਵਿਆਸ ਤੇ ਆਦ ਜਿਤੇ ਮਨ ਭਏ। ਅਤਰ ਰਿਸ਼ੀ ਨਾਰਦ ਸਾਰਦ ਵਿਆਸ ਜਿੰਨੇ ਵੀ ਰਿਸ਼ੀ ਆਦ ਜਿਤੇ ਮਨ ਭਏ, ਆਦ ਤੋਂ ਲੈ ਕੇ ਜਿੰਨੇ ਮੁਨੀ ਹੋਏ ਨੇ। ਹਾਂ, ਪਰਾਸ਼ਰ ਦਾ ਬਾਪ ਹੈ, ਉਹਦਾ ਜਿਹੜਾ ਵੇਦ ਵਿਆਸ ਦਾ ਬਾਪ ਹੈ। ਵੇਦ ਵਿਆਸ ਨੇ ਜਿਹਨੇ ਲਿਖੇ ਨੇ, ਵਿਆਸ ਉਹਦਾ ਬਾਪ ਹੈ ਪਰਾਸ਼ਰ। ਗਾਲਬ ਆਦ ਅਨੰਤ ਮੁਨੀਸ਼ਵਰ ਬ੍ਰਹਮ ਹੂੰ ਤੇ ਨਹੀਂ ਜਾਤ ਗਨਾਏ। ਹਾਂ, ਜਿਹੜੇ ਹੋਰ ਰਿਸ਼ੀ ਨੇ ਜਿਹੜੇ ਬ੍ਰਹਮਾ ਵੀ ਕਹਿਣ ਲੱਗੇ ਨਹੀਂ ਗਿਣ ਹੋਣੇ, ਇਹਦੀ ਲਿਸਟ ਲੱਭੀ ਹੈ। ਗਾਲਬਾਦ ਅਨੰਤ ਮੁਨੀਸ਼ਵਰ, ਹਾਂ ਅਨੰਤ ਮੁਨੀਸ਼ਵਰ, ਬ੍ਰਹਮ ਹੂੰ ਤੇ ਨਹੀਂ ਜਾਤ ਗਨਾਏ। ਉਹ ਬ੍ਰਹਮਾ ਵੀ ਇਹ ਕਹਿਣ ਲੱਗੇ ਨਹੀਂ ਗਿਣੇ ਜਾਣੇ ਇਹਨੇ। ਹਾਂ, ਅਗਸਤ ਪੁਲਸਤ ਵਿਸ਼ੇਸ਼ਟ ਤੇ ਆਦ ਨ ਜਾਣ ਪਰੇ ਕਹਿ ਦੇਸ਼ ਪਠਾਏ। ਅਗਸਤ ਮੁਨੀ ਹੈ ਜਿਹਨੇ ਕਹਿੰਦਾ ਸਮੁੰਦਰ ਪੀ ਲਿਆ ਸੀ। ਅਗਸਤ ਪੁਲਸਤ ਵਿਸ਼ੇਸ਼ਟ, ਪਲਸ ਦਾ ਵਿਸ਼ੇਸ਼ਟ ਮੁਨੀ ਹੈ ਇਹਦਾ, ਜਿਹੜਾ ਇਹਦਾ ਰਾਮਚੰਦਰ ਦਾ ਗੁਰੂ। ਹਾਂ, ਇਹ ਜਿਹੜੇ ਜਿੰਨੇ ਵੀ ਇਹ ਹੋਏ ਨੇ, ਨਾ ਜਾਣ ਪਰੇ ਕਹਿ ਦੇਸ਼ ਪਠਾਏ। ਇਹ ਨਹੀਂ ਪਤਾ ਹੁਣ ਕਿੱਧਰ ਨੂੰ ਚਲੇ ਗਏ, ਹੁਣ ਨਹੀਂ ਪਤਾ ਕਿੱਥੇ ਨੇ, ਇੱਥੋਂ ਕਿਤੇ ਕਿਹੜੇ ਦੇਸ਼ ਨੂੰ ਘਲਤੇ ਕੋਈ ਪਤਾ ਨਹੀਂ ਹੈਗਾ। ਰਾਮਚੰਦਰ ਦਾ ਗੁਰੂ ਦੇਖੋ ਹੈਗੇ ਹੁਣ ਵੀ ਆਤਮ ਕਰਕੇ ਹੋ। ਮੇਰਾ ਪਹਿਲੀ ਗੱਲ ਕਹੀ ਹੈ ਨਾ, ਕੁਛ ਨਾ ਰਹੇ ਆਤਮਾ ਨੂੰ। ਹੁਣ ਕਿੱਥੇ ਜਾ ਕੇ ਕਿੱਥੇ ਲੈ ਗਿਆ ਉਹਨਾਂ ਨੂੰ ਕੋਈ ਪਤਾ ਨਹੀਂ। ਕਿਹੜੀ ਜਿਹੜੇ ਡੱਕੇ ਨੇ ਆ ਕੇ ਸੁਰਗ 'ਚ ਨੇ, ਨਰਕ 'ਚ ਨੇ, ਕਿਹੜੇ ਦੇਸ਼ 'ਚ ਨੇ, ਕੀ ਕਰਦੇ ਨੇ ਕੋਈ ਪਤਾ ਨਹੀਂ ਹੈ। ਜ਼ਰੂਰ ਪਤਾ ਨਹੀਂ ਕਿਹੜੇ ਦੇਸ਼ 'ਚ ਨੇ। ਮੰਤਰ ਚਲਾਏ ਬਣਾਏ ਮਹਾਮਤ ਫੇਰ ਮਿਲੇ ਪਰ ਫੇਰ ਨਾ ਆਏ। ਬੜੇ ਬੜੇ ਮੰਤਰ ਇੱਥੇ ਚਲਾਏ ਨੇ ਉਹਨਾਂ ਨੇ, ਬੜੇ ਬੜੇ ਗ੍ਰੰਥ ਜਿਹਨਾਂ ਲੋਕਾਂ ਨੇ ਬਣਾਏ ਨੇ, ਲਿਖੇ ਨਹੀਂ ਹੋਏ। ਕੁਰਾਨ ਲਿਖੀ ਹੈ, ਸ਼ਾਸਤਰ ਸਿਮਰਤਾਂ ਲਿਖੀਆਂ ਨੇ, ਸਿਮਰਤੀਆਂ ਲਿਖੀਆਂ ਨੇ, ਮਹਾਮਤ ਫੇਰੀ ਬੜ ਬੜੀਆਂ ਮੱਤਾਂ ਬਣਾਈਆਂ ਨੇ, ਬਾਈਬਲ ਲਿਖੀ ਹੈ। ਬੜੇ ਬੜੇ ਮੱਤ ਚਲਾਤੇ, ਬਹੁਤ ਦੂਰ ਤੱਕ ਘੁਮਾਤੇ, ਪਰ ਦੁਬਾਰਾ ਨਹੀਂ ਆਏ। ਪਰ ਫੇਰ ਨਾ ਆਏ। ਦੁਬਾਰਾ ਉਡੀਕਦੇ ਹੀ ਰਹੇ ਕ੍ਰਿਸ਼ਨ ਨੂੰ ਵੀ ਲੋਕ। ਦੁਬਾਰਾ ਆਇਆ ਕੋਈ ਨਹੀਂ ਉਹਦੇ ਲੈ ਕੇ, ਜਿਹੜੀ ਦੇਹ ਇੱਕ ਵਾਰ ਲੈ ਕੇ ਆ ਗਿਆ ਦੁਬਾਰਾ ਨਹੀਂ ਲੈ ਕੇ ਆਇਆ। ਫਿਰ ਆਇਆ ਕੋਈ ਨਹੀਂ, ਉਡੀਕਦੇ ਸਾਰੇ ਹੀ ਨੇ। ਹਾਂ, ਏਦਾਂ ਉਡੀਕਦੇ ਹੀ ਰਹਿੰਦੇ ਹੁੰਦੇ ਨੇ ਸਾਰੇ। ਇਹ ਆਪ ਨਹੀਂ ਨਾ ਕੱਖ ਕਰਨਾ ਜਿਹਨੇ, ਉਹ ਪੰਡ ਭਾਰੀ ਹੈ, ਉਹ ਉਡੀਕਦਾ ਕੋਈ ਮੇਰੇ ਸਿਰ ਤੇ ਰੱਖ ਦੇਵੇ। ਫਿਰ ਉਡੀਕਦਾ ਵੀ ਲੈ ਕੇ ਉਹ ਚਲਿਆ ਜਾਵੇ। ਹੁਣ ਮੇਰੇ ਤੇ ਤਾਂ ਆਪ ਨਹੀਂ ਚੱਕਣੀ। ਜਾ ਉਹ ਕਹਿੰਦਾ ਚਕਾਤੀ ਪੰਡ ਸਿਰ ਤੇ, ਫਿਰ ਕਹਿੰਦਾ ਜਾਂ ਚੱਕਣ ਲੱਗਿਆ ਥੋੜ੍ਹੀ ਜਿਹੀ, ਕਹਿੰਦਾ ਮੇਰੇ ਤੇ ਤਾਂ ਚੱਕ ਵੀ ਨਹੀਂ ਹੋਣੀ ਹੈ, ਮੇਰੇ ਤੇ ਤਾਂ ਨਹੀਂ ਚੱਕ ਹੋਣੀ। ਜੇ ਤੂੰ ਮੇਰੇ ਸਿਰ ਤੇ ਰਖਾਤੀ ਤਾਂ ਮੇਰੇ ਸ਼ਕਤੀ ਹੈ ਨਹੀਂ, ਲੱਤਾਂ ਚ ਨਹੀਂ ਚੱਕ ਹੋਣੀ। ਫਿਰ ਕੀ ਕਰੀਏ? ਤੂੰ ਜੋ ਮਰਜ਼ੀ ਲੈ ਜਾ, ਮੇਰੀ ਪੰਡ ਤੂੰ ਲੈ ਜਾ। ਸੰਤ ਕਹਿੰਦਾ ਠੀਕ ਹੈ, ਮੈਂ ਬਾਂਹ ਫੜ ਕੇ ਲੈ ਜੂ। ਕਰਦੇ ਨੇ ਨਾ। ਕਬੀਰ ਕਹਿੰਦਾ ਭਾਰ ਪਰਾਇਆ ਭਾਰ ਚੱਕ ਕੇ ਚਲਿਓ ਚਾਹੇ ਬਾਟ। ਬਗਾਨਾ ਬੋਝ ਚੱਕ ਕੇ ਕਹਿੰਦੇ ਰਸਤਾ ਚੱਲਣਾ ਚਾਹੁੰਦਾ ਹੈ, ਹਰੇਕ ਦੀ ਬਾਂਹ ਫੜ ਕੇ ਸਿਰ ਤੇ ਆਪਣੇ ਬੋਝ ਮੱਥੇ ਟਿਕਾਈ ਜਾਂਦਾ। ਆਪਣੇ ਪਾਰੇ ਨਾ ਚੱਲੇ ਤੇ ਤਾਂ ਆਪਣਾ ਬੋਝ ਲੈ ਕੇ ਨਹੀਂ ਚੱਲ ਹੋਣਾ। ਕਹਾਂ ਅੱਗੇ ਔਕੜ ਘਾਟ ਇਹੋ ਜਿਹਾ ਖਤਰਨਾਕ ਰਸਤਾ ਹੈ। ਇਹਨਾਂ ਨੂੰ ਇਹ ਕਿਹਾ ਸੀ, ਆ ਜਿਹੜੇ ਕਹਿੰਦੇ ਰਾਧਾ ਸਵਾਮੀ ਬਾਂਹ ਫੜ ਕੇ ਲੈ ਜੂ,
ਉਹ ਤੇਰੀ ਬਾਂਹ ਹੋਊ ਨਾਲ ਲੈ ਕੇ ਜਾਏਗਾ ਤਾਂ ਹੀ ਫੜੂ। ਬਾਂਹ ਤਾਂ ਇੱਥੇ ਰੱਖ ਲੈਣੀ ਅਗਲਿਆਂ ਨੇ। ਕਿਹੜੇ ਤਾਂ ਉਹਦੇ ਕੋਲ ਹੱਥ ਉਂਗਲੀਆਂ ਨੇ ਜਿਹਨਾਂ ਫੜੂਗਾ, ਕਿਹੜੀ ਤੇਰੀ ਬਾਂਹ ਹੋਊ ਜਿਹਨੂੰ ਉਹ ਫੜ ਲੂਗਾ। ਕਿਉਂ ਲੜਾਈ? ਇੰਨੇ ਜਿਹੜੇ ਬੇਵਕੂਫ ਆਦਮੀ ਨੇ ਇੰਨੀ ਗੱਲ ਨਹੀਂ ਸਮਝਦੇ। ਉਹ ਧਰਮ ਦੇ ਸਟੂਡੈਂਟ ਨੇ, ਧਰਮ ਦਾ ਵਿਸ਼ਾ ਪੜ੍ਹ ਲੈਣਗੇ। ਉਹਦਾ ਫਰੌਡੀ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਹੈ। ਐਸ ਫਰੌਡ ਨੂੰ ਤਾਂ ਨਿਆਣੇ ਵੀ ਸਮਝ ਲੈਣਗੇ, ਅੱਜ ਦੇ ਤਾਂ ਬੱਚੇ ਵੀ ਸਮਝ ਲੈਣਗੇ ਵੀ ਜਿਹੜਾ ਮਰਦਾ ਉਹਦੀ ਤਾਂ ਬਾਂਹ ਇੱਥੇ ਰਹਿ ਜਾਂਦੀ ਹੈ, ਬਾਂਹ ਕਿਵੇਂ ਫੜ ਕੇ ਲੈ ਕੇ ਜਾਊਗਾ। ਜਿੰਨਾ ਝੂਠ ਧਰਮ 'ਚ ਚੱਲਦਾ, ਅੱਜ ਵੀ ਚੱਲਦਾ ਰਿਹਾ। ਕਿਸੇ ਚੀਜ਼ 'ਚ ਝੂਠ ਨਹੀਂ ਚੱਲਦਾ, ਸਭ ਦੁਕਾਨਦਾਰੀ ਫੇਲ ਹੋ ਜਾਂਦੀ ਹੈ ਝੂਠੇ ਦੀ। ਲੇਕਿਨ ਧਰਮ ਦੀ ਐਸੀ ਦੁਕਾਨਦਾਰੀ ਹੈ ਜਿੰਨਾ ਝੂਠ ਜ਼ਿਆਦਾ ਚੱਲਦੀ ਹੈ। ਹੁਣ ਸਮਾਂ ਤਾਂ ਹੀ ਕਿਹਾ ਸੀ ਇਹਨੇ ਦਲਾਈ ਲਾਮਾ ਨੇ, ਧਰਮ ਵਾਲੇ ਜੇ ਆਪਣੇ 'ਚੋਂ ਝੂਠ ਕੱਢ ਦੇਣ ਧਰਮ ਇੱਕੋ ਰਹਿ ਜਾਂਦਾ। ਝੂਠ ਦੇ ਅੱਡੋ ਅੱਡ ਕੀਤੇ ਹੋਏ ਨੇ ਧਰਮ। ਕਿਸੇ ਨੇ 10% ਝੂਠ ਪਾ ਲਿਆ, ਕਿਸੇ ਨੇ 20% ਪਾ ਲਿਆ। ਹੁਣ 20-10% ਦਾ ਇੱਕੋ ਜਿਹਾ ਕਿਵੇਂ ਰਲੇ? ਕਿਹਦਾ 90% ਹੈ? ਪਰਸੈਂਟੇਜ ਦਾ ਹੀ ਫਰਕ ਹੈ ਝੂਠ ਦੀ ਦਾ। ਉਹ ਕਿਸੇ ਦਾ 5% ਸੱਚ ਹੈ, ਕਿਸੇ ਦਾ 95% ਸੱਚ ਹੈ। ਹੁਣ ਧਰਮਾਂ ਦਾ ਫਰਕ ਰਹੂਗਾ ਹੀ। ਆ ਗੱਲ ਤਾਂ ਮਿਲਣੀ ਨਹੀਂ ਉਹਨਾਂ ਦੀ। ਗੁਰਬਾਣੀ 'ਚ ਝੂਠ ਬਰਦਾਸ਼ਤ ਨਹੀਂ ਹੈ ਬਿਲਕੁਲ ਵੀ। ਤੇ ਸੱਚੋ ਹੀ ਸੱਚ ਨਿਬੜਾ, ਇਹ ਤੇ ਸੱਚੋ ਹੀ ਸੱਚ ਨਿਬੜਦਾ। ਇਸ ਕਰਕੇ ਇਹ ਕਿਸੇ ਨਾਲ ਨਹੀਂ ਮਿਲਦੀ ਹਿੰਮਤ। ਦੂਜਿਆਂ ਸਾਰਿਆਂ ਨੂੰ ਇਹ ਤਾਂ ਨਹੀਂ ਬਰਦਾਸ਼ਤ, ਸੱਚ ਕਰਕੇ ਇਹ ਬਰਦਾਸ਼ਤ ਨਹੀਂ। ਰਣਧੀਰ ਤਾਂ ਛੱਤ ਨਾਲ ਲੱਗ ਜਾਂਦਾ ਸੀ, ਵਾਹਿਗੁਰੂ ਕਰਦਾ। ਮੈਂ ਜੇ ਛੱਤ ਚੱਕ ਦਿੰਦੇ, ਜੇ ਬਾਹਰ ਬਹਿ ਜਾਂਦਾ ਛੱਤ ਤੋਂ, ਫਿਰ ਕਿੱਥੇ ਨਹੀਂ ਜਾਂਦਾ। ਛੱਤ ਨੇ ਤਾਂ ਚੱਲ ਰੋਕ ਲਿਆ। ਜੇ ਕਦੇ ਬਾਹਰ ਚੌੜੇ 'ਚ ਬਹਿ ਜਾਂਦਾ, ਵਿਹੜੇ 'ਚ, ਫਿਰ ਕਿੱਥੇ ਜਾਂਦਾ? ਫਿਰ ਕੌਣ ਰੋਕਦਾ ਉਹਨੂੰ? ਨਿਰਾ ਹੀ ਝੂਠ ਹੀ ਚੱਲਦਾ। ब्रह्म निरंतर को फोर मनीष की जोत सो जोत के मध्य मिलानी। ਬ੍ਰਹਮ ਨਿਰੰਤਰ ਕੀ ਹੁੰਦਾ? ਬ੍ਰਹਮ ਕੀ ਹੁੰਦਾ? ਪਹਿਲਾਂ ਬ੍ਰਹਮ ਨੂੰ ਖੋਪੜੀ ਕਹਿਤਾ। ਇਹਨੂੰ ਪੁੱਛੇ ਖੋਪੜੀ ਸਰੀਰ ਬ੍ਰਹਮ ਹੁੰਦਾ? ਉਹ ਬ੍ਰਹਮ ਹੈ। ਬ੍ਰਹਮ ਦੇ ਵਿੱਚ ਰਲਿਆ ਸੀ ਜਾ ਕੇ ਮਨ, ਬ੍ਰਹਮਲੀਨ ਹੋ ਗਿਆ ਸੀ। ਬ੍ਰਹਮਾ ਬਚਿਆ ਸੀ ਨਾ। ਫਿਰ ਬ੍ਰਹਮ ਕਿੱਡਾ ਸੀ? ਬ੍ਰਹਮ ਦਾ ਆਕਾਰ ਕੀ ਹੁੰਦਾ? जैसे तार ऊपर आकाश ब्रह्म है। फिर ब्रह्म कितना हो गया सी? जैसे तार ऊपर आकाश, ये तो ब्रह्म। आकाश सारा ही आ गया बिचे, बिचे वो आ गया जड़ा आकाश बाहर है। है आकाश ते बाहर है आकाश, सारे ही आ गया आकाश। ब्रह्म निरंतर को फोर। फिर की है ਅਸਲ ਦੇ ਵਿੱਚ? ਕੀ ਹੈ? ਜਿਹੜਾ ਅਸੀਂ ਨਾ ਨਾਮ ਦਾ ਬੀਜ ਨਮ ਜਦੋਂ ਫੁੱਟ ਕੇ ਬਿਰਛ ਬਣਿਆ, ਉਹ ਗੱਲ ਹੈ। ਫੁੱਟਿਆ ਨਹੀਂ, ਬੀਜ ਫੁੱਟੂ ਤਾਂ ਹੀ ਬਿਰਛ ਬਣੂ। ਇਹ ਸ਼ਬਦ ਵਿੱਚ ਲੀਨ ਹੋਇਆ। ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ, ਉਹ ਗੱਲ ਹੈ। ਆ ਭਰਮ ਪਾਇਆ ਹੋਇਆ। ਇਹਨੇ ਅਰਥ ਕਰਦੇ ਵੀ ਦਸਮ ਦੁਆਰ ਨੂੰ ਪਾੜ ਕੇ ਮੁਨੀ ਰਾਜ ਦੀ ਆਤਮਾ ਉਸ ਪਰਮਾਤਮਾ ਨਾਲ ਜਾ ਮਿਲੀ। ਇਹ ਦਸਮ ਦੁਆਰ ਦਿਮਾਗ ਨੂੰ ਕਹਿੰਦੇ ਨੇ। ਸਰਾਖ ਪਹਿਲਾਂ ਹੀ ਕਰਦੇ ਉਹ ਜਿਹੜੀ ਉਹ ਕਰਦੇ ਨੇ ਨਾ, ਜਦੋਂ ਉਹ ਸਿਵਿਆਂ ਦੇ ਉੱਤੇ ਕਪਾਲ ਕਰਿਆ, ਉਹ ਇਹੀ ਹੈ। ਆਹੋ ਨਾ, ਐ ਲੱਕੜ ਲਾ ਕੇ ਰੱਖਦੇ ਨੇ। ਆਹੋ ਮਾਰਦੇ ਕਾਹਨੂੰ ਨੇ? ਹੁਣ ਤਾਂ ਉਹੀ ਐਂ ਕਰ ਰੱਖੀ ਜਾਂਦੇ ਨੇ, ਫਿਰ ਸਿੱਟੀ ਜਾਂਦੇ ਨੇ ਵੀ ਉੱਥੇ ਪੈਂਠੀ ਆ, ਉੱਥੇ ਆਤਮਾ। ਬ੍ਰਹਮ ਨਿਰੰਤਰ ਫੋਰ ਮਨੀਸ਼ ਕੀ ਜੋਤ। ਜਿਹੜਾ ਹੈ ਨਾ, ਇੱਕ ਹੋਏ ਤਾਂ ਉਗਵੇ। ਇਹ ਹੁਣ ਹੁਕਮ ਦੇ ਵਿੱਚ ਸਮਾ ਗਿਆ ਹਮੇਸ਼ਾ ਵਾਸਤੇ। ਪਹਿਲਾਂ ਕੀ ਸੀ?
ਪਹਿਲਾਂ ਗੁਰਮੁਖ ਆਏ ਜਾਏ ਨੂੰ ਸੰਗ, ਕਦੇ ਹੁਕਮ ਚਲਿਆ ਜਾਂਦਾ ਤਾਂ ਕਦੇ ਵਾਪਸ ਆ ਜਾਂਦਾ ਸੀ। ਕਦੇ ਹੁਕਮ ਦੇ ਵਿੱਚ ਚਲਿਆ ਜਾਂਦਾ ਸੀ, ਕਦੇ ਵਾਪਸ ਆ ਜਾਂਦਾ ਸੀ। ਕਦੇ ਦਰਿਆ 'ਚ ਵੜ ਜਾਂਦਾ ਤਾਂ ਕਦੇ ਦਰਿਆ 'ਚੋਂ ਪਾਣੀ ਲਿਆ ਕੇ ਲੋਕਾਂ ਨੂੰ ਪਿਲਾਉਣ ਲੱਗ ਜਾਂਦਾ ਸੀ। ਭਾਈ ਹੁਣ ਜੇ ਸੇਵਾ ਕਰਨੀ ਹੈ, ਪਾਣੀ ਦਾ ਦਰਿਆ 'ਚੋਂ ਲਿਆ ਕੇ ਦੇਣਾ, ਪਾਣੀ ਦਾ ਸਰੋਵਰ 'ਚੋਂ ਲਿਆ ਕੇ ਦੇਣਾ। ਕਦੇ ਸਤਿਗੁਰ ਵਿੱਚ ਸਮਾ ਜਾਂਦਾ ਸੀ, ਉੱਥੋਂ ਗੜਵਾ ਲਿਆ ਕੇ ਲੋਕਾਂ ਨੂੰ ਪਿਲਾਉਣ ਲੱਗ ਜਾਂਦਾ ਸੀ। ਤੇ ਹੁਣ ਤਾਂ ਲੋਕਾਂ ਨੂੰ ਪਿਲਾਉਣ ਦੀ ਲੋੜ ਨਹੀਂ ਰਹਿਣੀ, ਸਰੀਰ ਹੈ ਨਹੀਂ। ਮਨੀਸ਼ ਕੀ ਜੋਤ ਫੇਰ ਕੀ ਹੈ, ਹੁਕਮੇ ਆਏ ਹੁਕਮੇ ਜਾਏ ਹੁਕਮੇ ਰਹੇ, ਸਮਾਈ। ਹੁਕਮ 'ਚ ਸਮਾ ਗਿਆ। ਆ ਗੱਲ ਹੈ। ਮਨੀਸ਼ ਕੀ ਜੋਤ ਸੋ ਜੋਤ ਕੇ ਮੱਧ ਮਿਲਾਨੀ, ਸੋ ਜੋਤ ਕੇ ਮੱਧ ਮਿਲਾਨੀ। ਜਿਹੜੀ ਮਰੀਦ ਦੀ ਜੋਤ ਸੀ ਪਹਿਲਾਂ ਤਾਂ ਸਰੀਰ ਵਾਲੀ, ਮਨੀਸ਼ ਕੀ ਜੋਤ, ਉਹ ਪਹਿਲਾਂ ਉਹਦੇ ਵਿੱਚ ਮਿਲੀ, ਆਪਣੇ ਮੂੜ 'ਚ ਬ੍ਰਹਮ 'ਚ ਲੀਨ ਹੋਇਆ। ਸੋ ਜੋਤ ਕੇ ਮੱਧ ਮਿਲਾਨੀ, ਮੱਧ ਮਿਲਾਨੀ ਵਿੱਚ ਮਿਲ ਗਈ। ਪ੍ਰੀਤ ਰਲੀ ਪਰਮੇਸ਼ਰ ਸੋ। ਆ ਦੇਖ ਹੁਣ ਪਰਮੇਸ਼ਰ ਵਾਲੀ ਗੱਲ ਹੋ ਗਈ। ਪ੍ਰੀਤ ਰਲੀ ਪਰਮੇਸ਼ਰ ਸੋ ਇਮ ਵੇਦਨ ਸੰਗ ਮਿਲੇ ਜਿਮ ਬਾਣੀ। ਅਗਲੀ ਗੱਲ ਹੈ, ਪਹਿਲਾਂ ਮਨ ਸੀ ਜਿਹੜਾ ਸਤਿਗੁਰ 'ਚੋਂ ਗੜਵਾ ਲਿਆ ਕੇ ਪਾਣੀ ਜਿਹੜਾ ਪਿਲਾਉਂਦਾ ਸੀ, ਗਿਆਨ ਦਿੰਦਾ ਸੀ, ਸਰੀਰ ਨਾਲ ਤਾਂ ਬੋਲਦਾ ਹੀ ਸੀ ਨਾ। ਉਹਨੂੰ ਤਾਂ ਹੁਣ ਲੋੜ ਨਹੀਂ ਆਈ ਉੱਥੋਂ ਬਾਹਰ ਨਿਕਲਣ ਦੀ। ਜੋਤ ਦਾ ਜੋਤ ਦੇ ਵਿੱਚ ਰਲ ਗਈ ਹਮੇਸ਼ਾ ਵਾਸਤੇ। ਕੋਈ ਸਰੀਰ ਨਹੀਂ ਨਾ ਹੁਣ ਲੋੜ, ਬੋਲਣ ਦੀ ਲੋੜ ਨਹੀਂ ਨਾ ਰਹੀ। ਫਿਰ ਪ੍ਰੀਤ ਰਲੀ ਪਰਮੇਸ਼ਰ ਨੂੰ। ਪ੍ਰੀਤ ਜਿਹੜੀ ਸੀ ਪ੍ਰੇਮ, ਉਹ ਸੁਰਤ ਸ਼ਬਦ ਨਾਲ ਰਲ ਗਈ। ਪ੍ਰੇਮ, ਪ੍ਰੇਮ ਦਾ ਧਿਆਨ ਨਹੀਂ ਰਲਦਾ ਹੁੰਦਾ। ਹਾਂ, ਵੇਦਨ ਸੰਗ ਮਿਲੇ ਜਿਮ ਬਾਣੀ। ਜਿਵੇਂ ਵੇਦ ਨਾਲ ਬਾਣੀ ਮਿਲ ਜਾਂਦੀ ਹੈ, ਜਿਵੇਂ ਵੇਦ ਦੇ ਉੱਤੇ, ਜਿਵੇਂ ਆ ਜਿਹੜਾ ਹੈ ਨਾ ਆਪਣਾ ਨਾ ਜਿਵੇਂ ਕਾਗਜ਼ ਦੇ ਉੱਤੇ ਬਾਣੀ ਲਿਖੀ ਹੋਈ ਹੈ, ਦੋ ਇੱਕ ਨੇ, ਐ ਮਿਲ ਗਈ। ਅੱਡ ਵੀ ਹੈ, ਅੱਡ ਹੈ ਵੀ ਨਹੀਂ। ਕਾਗਜ਼ ਦੇ ਉੱਤੇ ਜੋ ਲਿਖੀ ਹੋਈ ਹੈ ਸਿਆਹੀ, ਸਿਆਹੀ ਲਿਖੀ ਹੋਈ ਹੈ ਨਾ ਕਾਗਜ਼ ਤੇ ਉਹਨੂੰ ਅੱਡ ਕਰਕੇ ਦਿਖਾਓ। ਬਾਣੀ ਨੂੰ ਜੋ ਲਿਖੀ ਹੋਈ ਹੈ ਵੇਦਨ ਹੈ ਨਾ, ਵੇਦਨ ਸੰਗ ਜਿਵੇਂ ਉਦੋਂ ਵੇਦ ਸੀ। ਹਾਂ, ਵੇਦ ਉਹ ਜਾਣ ਕੇ ਲਿਖਿਆ ਨਾ। ਵੇਦ ਤਾਂ ਲਿਖਿਆ ਹਿੰਦੂਆਂ ਨੂੰ ਲਿਖਿਆ। ਜੇ ਗੁਰਬਾਣੀ ਲਿਖ ਦਿੰਦੇ ਸਿੱਖਾਂ ਵਾਸਤੇ ਹੋ ਜਾਣੀ ਸੀ। ਵੇਦਨ ਸੰਗ ਮਿਲੇ ਜਿਵੇਂ ਬਾਣੀ, ਜਿਵੇਂ ਵੇਦਾਂ ਦੇ ਵਿੱਚ ਬਾਣੀ ਮਿਲੀ ਹੋਈ ਹੈ, ਐ ਪ੍ਰੀਤ ਰਲ ਗਈ, ਐ ਵਿੱਚ ਰਲ ਗਈ। ਜਿਵੇਂ ਕਾਗਜ਼ ਤੇ ਸਿਆਹੀ ਹੋ ਜਾਂਦੀ ਹੈ ਲਿਖੀ ਹੋਈ, ਤੇ ਸਿਆਹੀ ਨਹੀਂ ਵੱਖਰੀ ਕੀਤੀ ਜਾ ਸਕਦੀ। ਕਾਗਜ਼ ਤੋਂ ਕਾਗਜ਼ ਨਾਲੇ ਜਾਊਗਾ। ਪੁੰਨ ਕਥਾ ਮੁਨੀ ਨੰਦਨ ਕੀ ਕਹਿ ਕੇ ਮੁਖ ਸੋ ਕਭੀ ਸਿਆਮ ਬਖਾਨੀ। ਹਾਂ, ਇਹ ਕਥਾ ਜਿਹੜੀ ਹੈ ਕਹਿ ਕੇ ਕਿਹਦੀ? ਮੁਨੀ ਨੰਦਨ ਦੀ। ਮੁਨੀ ਦਾ ਨੰਦਨ ਹੈ ਨਾ, ਕਿਹਦਾ? ਅਤਰ ਰਿਸ਼ੀ ਦਾ ਪੁੱਤਰ ਹੈ ਦੱਤਾਤਰੇय। ਸੋ ਕਭੀ ਸਿਆਮ ਬਖਾਨੀ, ਮੁਖ ਸੋ ਕਭੀ ਸਿਆਮ ਬਖਾਨੀ। ਹਾਂ, ਉਹ ਕਹਿ ਕੇ ਉਹ ਸਿਆਮ ਕਵੀ ਨੇ ਆਪਣੇ ਮੁਖ ਤੋਂ ਬਖਿਆਨ ਕੀਤੀ ਹੈ। ਮੈਂ ਕਹੀ ਹੈ ਕਵੀ ਸਿਆਮ ਬਖਾਨੀ। ਸਿਆਮ ਕਵੀ ਨੇ ਬਖਾਨੀ ਹੈ। ਇਹ ਸਿਆਮ ਕੌਣ ਹੈ? ਸਿਆਮ ਉਹੀ ਮਨ ਹੈ ਅਜੋ ਵੱਖਰਾ ਹੈ, ਬਖਿਆਨ ਕਰਨ ਵਾਲਾ। ਇਹੀ ਜੋਤ ਮਿਲਣੀ ਹੈ, ਸਿਆਮ ਵਾਲੀ ਉਹ ਰਾਮ ਚ ਮਿਲਣੀ ਹੈ। ਬਖਿਆਨ ਕਰਨ ਵਾਲਾ ਦਾ ਜੋ ਸਿਆਮ ਹੈ, ਹੱਥ ਵੀ ਚੱਲਦਾ, ਕਲਮ ਵੀ ਚੱਲਦੀ ਹੈ, ਜੀਭ ਵੀ ਚੱਲਦੀ ਹੈ, ਪਰ ਬੁਲਾਇਆ ਬੋਲਦਾ ਅੰਦਰ ਵਾਲੇ ਦਾ, ਆਪਣੀ ਮਰਜ਼ੀ ਨਾਲ ਨਹੀਂ ਬੋਲਦਾ। ਪੂਰਨ ਧਿਆਏ ਭਇਓ ਤਬ ਹੀ ਜੈ ਸ਼੍ਰੀ ਜਗਨਨਾਥ ਭਵੇਸ਼ ਭਵਾਨੀ। ਕਿਵੇਂ ਹੋਇਆ? ਪੂਰਨ ਧਿਆਏ ਭਇਓ, ਧਿਆਨ ਪੂਰਨ ਜਦ ਹੋਇਆ। ਕਿਵੇਂ? ਜੈ ਸ਼੍ਰੀ ਜਗਨਨਾਥ ਭਵੇਸ਼ ਭਵਾਨੀ। ਜਿਵੇਂ ਜਗਨਨਾਥ ਦੇ ਵਿੱਚ ਭਵਾਨੀ ਸਮਾ ਜਾਂਦੀ, ਉੱਥੇ ਆਇਆ ਨਾ, ਜਦ ਪੂਰਾ ਹੋ ਜਾਂਦਾ ਨਾ ਜੰਗ ਚੰਡੀ ਦਾ, ਫਿਰ ਉਹ ਕਹਿੰਦੇ ਉਹਦੇ ਜਾ ਕੇ ਵਿੱਚ ਸਮਾ ਜਾਂਦੀ ਹੈ, ਆਪਣੇ ਸ਼ਿਵ ਦੇ ਵਿੱਚ ਸਮਾ ਜਾਂਦੀ ਹੈ ਸ਼ਕਤੀ।
ਉਹ ਵਿੱਚ ਸਮਾ ਗਈ ਜਾ ਕੇ ਹੁਕਮ ਦੇ ਨਾਮ ਦੇ ਵਿੱਚ ਸਮਾ ਗਈ ਜਾ ਕੇ।